ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਜੋ ਲੈ ਕੇ ਤੁਰੇ ਹਾਂ ਲੜੀ, ਆਪਣਾ ਵਿਰਸਾ, ਆਪਣੀ ਕੌਮ ਦਾ ਇਤਿਹਾਸ, ਆਪਣੇ ਯੋਧਿਆਂ ਦੀ ਗਾਥਾ, ਸੂਰਬੀਰਾਂ ਦੀਆਂ ਗੱਲਾਂ ਕਿ ਕਿਸ ਢੰਗ ਦੇ ਨਾਲ ਸਾਡੀ ਕੌਮ ਪੈਦਾ ਹੋਈ, ਵਧੀ, ਫੁੱਲੀ ਔਰ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹਨੇ ਆਪਣੇ ਆਪ ਨੂੰ ਜਿਉਂਦੇ ਰੱਖਿਆ। ਸੋ ਗੱਲਾਂ ਕਰ ਰਹੇ ਸੀ ਆਪਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਤੁਰੇ ਸੀ ਤੇ ਅੱਗੇ ਤੁਰ ਰਹੇ ਹਾਂ ਆਪਾਂ ਕਦਮ ਦਰ ਕਦਮ, ਕਿਸ ਢੰਗ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਸਟੈਬਲਿਸ਼ ਕੀਤਾ। ਤੇ ਹੁਣ ਇੱਕ ਮੈਂ ਥੋੜ੍ਹੀ ਜਿਹੀ ਗੱਲ ਦੀ ਸਾਂਝ ਕਰਨੀ ਚਾਹੁੰਦਾ, ਉਹ ਇਹ ਹੈ ਕਿਉਂਕਿ ਗੁਰੂ ਸਾਹਿਬਾਨਾਂ ਦਾ ਜਾਂ ਸਿੱਖ ਯੋਧਿਆਂ ਦਾ ਜਾਂ ਸਿੱਖਾਂ ਦਾ ਜਿਹੜਾ ਜੀਵਨ ਹੈ ਉਹਨੂੰ ਸਮਝਣ ਦੇ ਲਈ ਸਾਨੂੰ ਇਹ ਪਹਿਲਾਂ ਜਾਣਨਾ ਪਊਗਾ ਕਿ ਦਿੱਲੀ ਦੇ ਹਾਕਮ ਬਾਦਸ਼ਾਹ ਕੌਣ-ਕੌਣ ਤੇ ਕਿਵੇਂ ਕਿਵੇਂ ਸੀ, ਕਿਉਂਕਿ ਮੈਨੂੰ ਸਵਾਲ ਵੀ ਕਬੀਰ ਨੇ ਕੀਤਾ ਸੀ। ਸੋ ਮੈਂ ਥੋੜ੍ਹਾ ਜਿਹਾ ਬਰੀਫਲੀ ਇਸ ਚੀਜ਼ ਦਾ ਤੁਹਾਨੂੰ ਦੱਸ ਕੇ ਜਾਣਾ ਕਿ ਕਿਸ ਢੰਗ ਦੇ ਨਾਲ ਕਿਹੜੇ ਗੁਰੂ ਸਾਹਿਬ ਦੇ ਨਾਲ ਮੇਰੇ ਕਿਹੜਾ ਬਾਦਸ਼ਾਹ ਸੀ, ਕਿੱਦਾਂ ਦੇ ਸੰਬੰਧ ਰਹੇ। ਇਹਨੂੰ ਮੈਂ ਬਹੁਤ ਸ਼ਾਰਟ 'ਚ ਦੱਸੂਗਾ ਤਾਂ ਕਿ ਤੁਹਾਨੂੰ ਬਰੀਫਲੀ ਜੀ ਜਾਣਕਾਰੀ ਹੋ ਜਾਏ, ਜਿਵੇਂ ਆਪਾਂ ਕਹਿੰਦੇ ਨਾ ਮੋਟੀ ਮੋਟੀ ਜੀ ਜਾਣਕਾਰੀ, ਉਹ ਪਤਾ ਲੱਗ ਜੇ ਤੇ ਆਪਾਂ ਨਾਲ ਦੀ ਨਾਲ ਅੱਗੇ ਤੁਰਾਂਗੇ। ਮੈਂ ਕੋਈ ਸਿਕੰਦਰ ਮਹਾਨ ਤੋਂ ਨਹੀਂ ਤੁਰਨਾ, ਕਿਉਂਕਿ ਉਦੋਂ ਗੁਰੂ ਪਾਤਸ਼ਾਹ ਨਹੀਂ ਸੀ। ਹਿਸਟਰੀ ਦੀ ਜਾਣਕਾਰੀ ਲਈ ਆਪਾਂ ਬੇਸ਼ੱਕ ਉਹਨਾਂ ਨੂੰ ਪੜ੍ਹਦੇ ਹਾਂ, ਐਗਜ਼ਾਮਪਲਾਂ ਵੀ ਦਿੰਦੇ ਹਾਂ, ਪਰ ਮੈਂ ਸਾਂਝ ਕਰੂੰਗਾ ਜਿੱਥੋਂ ਗੁਰੂ ਨਾਨਕ ਪਾਤਸ਼ਾਹ ਜੀ ਤੁਰੇ ਨੇ ਉਦੋਂ ਤੋਂ ਲੈ ਕੇ ਖਾਸ ਕਰ ਲੜਾਈਆਂ ਤੱਕ, ਉਦੋਂ ਬਾਅਦ ਮੁਗਲਾਂ ਤੋਂ ਬਾਅਦ ਕੀ ਕੁਝ ਹੋਇਆ ਉਹ ਆਪਾਂ ਅਗਲੇ ਪਾਰਟ 'ਚ ਕਰਾਂਗੇ। ਸੋ ਜਦੋਂ ਚੜ੍ਹਿਆ ਸੋਧਣ ਧਰਤ ਲੁਕਾਈ ਗੁਰੂ ਨਾਨਕ ਪਾਤਸ਼ਾਹ ਤੁਰੇ ਨੇ, ਤੁਹਾਨੂੰ ਪਤਾ ਉਹਨਾਂ ਦੇ ਰਾਹ 'ਚ ਬਹੁਤ ਮੁਸ਼ਕਲਾਂ ਆਈਆਂ। ਉਹਨਾਂ ਦੇ ਵੇਲੇ ਬਾਦਸ਼ਾਹ ਸੀ ਇਬਰਾਹਿਮ ਲੋਧੀ ਦਿੱਲੀ ਦਾ, ਤੇ ਉਸ ਵੇਲੇ ਜ਼ਹੀਰੁਦੀਨ ਨੇ ਆ ਕੇ ਹਮਲਾ ਕੀਤਾ। ਤੁਹਾਨੂੰ ਪਤਾ ਐਮਨਾਬਾਦ ਉਹਦਾ ਨਾਲ ਗੁਰੂ ਪਾਤਸ਼ਾਹ ਜੀ ਦੇ ਨਾਲ ਉਹਦਾ ਟਾਕਰਾ ਆਮੋ ਸਾਹਮਣਾ ਹੋਇਆ। ਇਹਨੂੰ ਬਾਬਰ ਕਿਹਾ ਜਾਂਦਾ ਹੈ। ਬਾਬਰ ਨਾਮ ਨਹੀਂ, ਲਕਬ ਹੈ। ਲਕਬ ਦਾ ਮਤਲਬ ਹੈ ਉਹਨੇ ਆਪਣੇ ਨਾਮ ਦੇ ਨਾਲ ਇਹ ਧਾਰਨ ਕੀਤਾ। ਬਾਬਰ ਜਾਂ ਲੋਕਾਂ ਨੇ ਉਹਨੂੰ ਕਹਿਣਾ ਸ਼ੁਰੂ ਕਰ ਦਿੱਤਾ ਬਾਬਰ, ਕਿਉਂਕਿ ਬਾਬਰ ਦਾ ਮਤਲਬ ਹੈ ਸ਼ੇਰ ਜਾਂ ਬੱਬਰ ਸ਼ੇਰ, ਬਹਾਦਰ ਯੋਧਾ। ਤੇ ਉਸ ਬਾਬਰ ਨੂੰ ਗੁਰੂ ਨਾਨਕ ਸਾਹਿਬ ਨੇ ਪਰਵਾਹ ਨਹੀਂ ਕੀਤੀ। ਔਰ ਬਾਬਰ ਕੌਣ ਹੈ? ਇਹ ਮਾਂ ਵੱਲੋਂ, ਬਾਪ ਵੱਲੋਂ ਤੈਮੂਰ ਘਰਾਣੇ ਚੋਂ ਹੈ ਤੇ ਮਾਂ ਵੱਲੋਂ ਚੰਗੇਜ਼ ਖਾਨ ਦੇ ਘਰਾਣੇ ਚੋਂ ਹੈ। ਦੋਏ ਬਾਦਸ਼ਾਹ ਬਹੁਤ ਖਤਰਨਾਕ ਬਾਦਸ਼ਾਹ ਨੇ। ਚੰਗੇਜ਼ ਖਾਨ ਉਹ ਬਾਦਸ਼ਾਹ ਹੈ ਜਿਹਨੇ ਯਾਸਾ ਤੇ ਸਿਆਸਤ ਕਾਨੂੰਨ ਬਣਾਇਆ, ਜਿਸ ਦੇ ਅਧੀਨ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਸੀ ਤੱਤੀਆਂ ਤਵੀਆਂ ਤੇ ਬਿਠਾ ਕੇ। ਇਹ ਉਹਦਾ ਕਾਨੂੰਨ ਬਣਾਇਆ ਹੋਇਆ। ਇਹਨੇ ਪਿੰਡਾਂ ਦੇ ਪਿੰਡ ਸਾੜੇ ਸੀ। ਮੈਂ ਪਿੱਛੇ ਜੇ ਤੁਹਾਡੇ ਨਾਲ ਸਾਂਝ ਕਰਕੇ ਆਇਆ ਸੀ ਵੀ ਇਹ ਕਿੱਡਾ ਜ਼ਾਲਮ ਬਾਦਸ਼ਾਹ ਸੀ। ਤੇ ਦੂਜਾ ਤੈਮੂਰ ਲੰਗ ਇਹੋ ਜਿਹਾ ਖਤਰਨਾਕ ਬਾਦਸ਼ਾਹ ਕਿ ਔਰੰਗਜ਼ੇਬ ਉਹਦੇ ਸਾਹਮਣੇ ਬਹੁਤ ਘੱਟ ਜ਼ਾਲਮ ਲੱਗਦਾ। ਹਿੰਦੁਸਤਾਨ ਦੀ ਤਵਾਰੀਖ 'ਚ ਉਹਨੇ ਜੋ ਕਹਿਰ ਮਚਾਇਆ ਹਿੰਦੂਆਂ ਤੇ, ਜੋ ਜ਼ੁਲਮ ਕੀਤੇ ਹਿੰਦੁਸਤਾਨ ਤੇ ਕੀਤੇ, ਉਹ ਰਹੇ ਰੱਬ ਦਾ ਨਾਮ। ਉਹਨੂੰ ਇਤਿਹਾਸ 'ਚ ਜਦੋਂ ਵਾਚੋਗੇ, ਕਦੇ ਪੜ੍ਹੋਗੇ ਤਾਂ ਹੈਰਾਨ ਹੋ ਜਾਓਗੇ ਵੀ ਐਡੇ ਜ਼ੁਲਮ ਲਾਲਾ ਦੌਲਤ ਰਾਏ ਦੀ ਕਿਤਾਬ 'ਚ ਪੜ੍ਹ ਕੇ ਵੇਖਿਓ। ਪਿੱਛੇ ਜੇ ਕਰੀਨਾ ਕਪੂਰ ਜੋ ਕਿ ਸੈਫ ਅਲੀ ਖਾਨ ਦੀ ਦੂਜੀ ਬੇਗਮ ਹੈ, ਉਹਨੇ ਆਪਣੇ ਮੁੰਡੇ ਦਾ ਨਾਮ ਤੈਮੂਰ ਰੱਖਤਾ ਤਾਂ ਬਹੁਤ ਰੌਲਾ ਪਿਆ ਸੀ ਭਾਰਤੀ ਮੀਡੀਆ 'ਚ ਤੇ ਹਿੰਦੂ ਕੌਮ ਨੇ ਪਾਇਆ ਸੀ ਕਿ ਸਾਡੇ ਜ਼ਖਮਾਂ 'ਤੇ ਇਹ ਲੂਣ ਛਿੜਕਣ ਲਈ ਇਹਨਾਂ ਨੇ ਆਹ ਨਾਮ ਰੱਖਿਆ। ਐਡੇ ਖਤਰਨਾਕ ਦਰਿੰਦੇ ਬੰਦੇ ਦਾ ਨਾਮ ਆਪਣੇ ਮੁੰਡੇ ਦਾ ਰੱਖਿਆ, ਕਿਉਂਕਿ ਮਾਲਕ ਹਮੇਸ਼ਾ ਇਹ ਚਾਹੁੰਦੇ ਹੁੰਦੇ ਨੇ ਕਿ ਸਾਡੀ ਮਰਜ਼ੀ ਚੱਲੇ, ਅਸੀਂ ਦੱਸੀਏ ਤੁਸੀਂ ਕੀ ਕਰਨਾ ਹੈ, ਆਪਾਂ ਅੱਗੇ ਸਾਂਝ ਕਰਾਂਗੇ। ਸੋ ਖੈਰ, ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਸੋ। ਬਾਬੇ ਕਿਆਂ ਦੀ ਤੇ ਬਾਬਰ ਕਿਆਂ ਦੀ ਟੱਕਰ ਸ਼ੁਰੂ ਹੋ ਗਈ। ਮੁਗਲ ਰਾਜ, ਪਠਾਨ ਰਾਜ ਦਾ ਅੰਤ ਕੀਤਾ ਬਾਬਰ ਨੇ। ਇੱਥੋਂ ਮੁਗਲ ਵੰਸ਼ ਸ਼ੁਰੂ ਹੋਇਆ ਬਾਬਰ ਤੋਂ। ਤੇ ਗੁਰੂ ਪਾਤਸ਼ਾਹ ਨੇ ਉਹਨੂੰ ਵੀ ਲਲਕਾਰ ਕੇ ਆਖਿਆ ਸੀ, ਐਤੀ ਮਾਰ ਪਈ ਕੁਰਲਾਣੀ ਤੈਂ ਕੀ ਦਰਦ ਨਾ ਆਇਆ। ਇਹ ਥੋੜ੍ਹਾ ਜਿਹਾ ਮੈਂ ਫੇਰ ਇੱਥੇ ਦੱਸ ਜਾਵਾਂ, ਇਹ ਰੱਬ ਨੂੰ ਨਹੀਂ ਲਾਂਭਾ ਦਿੱਤਾ, ਕਿਉਂਕਿ ਸਾਨੂੰ ਆਮ ਤੌਰ 'ਤੇ ਇਹੀ ਪੜ੍ਹਾਇਆ ਗਿਆ ਕਿ ਗੁਰੂ ਜੀ ਨੇ ਜੀ ਰੱਬ ਨੂੰ ਕਿਹਾ ਐਤੀ ਮਾਰ ਪਈ ਤੈਂ, ਜ਼ੁਲਮ ਬਾਬਰ ਕਰ ਰਿਹਾ ਤੇ ਗੁਰੂ ਪਾਤਸ਼ਾਹ ਪਰਾਂ ਜਾ ਕੇ ਖੜ ਕੇ ਕਹਿਣਗੇ ਵੀ ਰੱਬ ਨੂੰ ਲਾਂਭਾ ਦੇ ਦੇਣਾ ਜੀ ਮੈਂ ਤਾਂ, ਨਾ ਉਹਨੂੰ ਕਿਹਾ। ਆਮ ਤੌਰ 'ਤੇ ਆਪਾਂ ਦੇਖਿਓ ਜਦੋਂ ਕੋਈ ਗਰੀਬ ਤੇ ਜ਼ੁਲਮ ਕਰ ਰਿਹਾ ਹੋਵੇ, ਕੋਈ ਜਵਾਕ ਨੂੰ ਕੁੱਟ ਰਿਹਾ ਹੋਵੇ, ਮਾਰ ਰਿਹਾ ਹੋਵੇ, ਆਪਾਂ ਕਹਿੰਦੇ ਯਾਰ ਸ਼ਰਮ ਕਰ, ਇਹ ਤੇ ਤਰਸ ਕਰ ਲੈ ਥੋੜ੍ਹਾ ਬਹੁਤਾ, ਇਹ ਤੇਰੇ ਬਰਾਬਰ ਦੇ ਜਿਹਦੇ ਨਾਲ ਲੜ ਰਹੇ ਤੂੰ।
ਬਰਾਬਰ ਦਾ ਹੁੰਦਾ ਕੋਈ ਦੁੱਖ ਨਹੀਂ ਹੁੰਦਾ ਜਦੋਂ ਦੋ ਧਿਰਾਂ ਲੜਦੀਆਂ ਨੇ, ਆਮ ਬੰਦਾ ਵਿੱਚ ਨਹੀਂ ਪੈਂਦਾ ਉਦੋਂ। ਕਹਿੰਦੇ ਠੀਕ ਹੈ ਬਰਾਬਰ ਦੇ ਨੇ, ਜੋ ਹੋ ਦੇਖੀ ਜਾਓ। ਉਦੋਂ ਦੁੱਖ ਹੁੰਦਾ ਜਦੋਂ ਕੋਈ ਮਾੜੇ ਨੂੰ ਮਾਰਦਾ, ਤੇ ਉਦੋਂ ਹਰ ਬੰਦਾ ਉਹਦੀ ਹਿਮਾਇਤ 'ਚ ਖੜਦਾ, ਜਿੰਨੇ ਕੁ ਜੋਗਾ ਹੁੰਦਾ ਉਹ ਬੋਲਦਾ ਘੱਟੋ ਘੱਟ ਜਿੱਥੇ ਬੋਲ ਸਕਦਾ। ਇਹ ਵੀ ਕੰਡੀਸ਼ਨ ਅਪਲਾਈ ਹੁੰਦੀ ਹੈ ਨਾ, ਜੇ ਬਾਹਲਾ ਤਕੜਾ ਉੱਥੇ ਖੰਘਦਾ ਨਹੀਂ ਕੋਈ, ਉੱਥੇ ਅਗਲਾ ਕਹਿੰਦਾ ਯਾਰ ਸ਼ਰਮ ਕਰ, ਕੁਛ ਜ਼ੁਲਮ ਹੋ ਰਿਹਾ। ਤੇ ਗੁਰੂ ਪਾਤਸ਼ਾਹ ਨੇ ਬਾਬਰ ਨੂੰ ਕਿਹਾ ਵੀ ਤੈਨੂੰ ਸ਼ਰਮ ਨਹੀਂ ਆਉਂਦੀ, ਸਖਤਾ ਸੀ ਮਾਰੇ ਪੈ ਬੱਗਾ ਖਸਮੇ ਸਾ ਪਰਸਾਈ। ਕਹਿੰਦੇ ਜੇ ਸ਼ੇਰ ਵਰਗਾ ਬੰਦਾ ਸ਼ੇਰ ਵਰਗੇ ਨਾਲ ਟਾਕਰਾ ਕਰੇ ਕੋਈ ਪ੍ਰੋਬਲਮ ਨਹੀਂ, ਜਿਨ੍ਹਾਂ ਨੇ ਹਥਿਆਰ ਚੱਕੇ ਨੇ ਮੁਗਲ ਪਠਾਣਾ, ਭਈ ਲੜਾਈ ਰਣ ਮੈਂ ਤੇਗ ਵਗਾਈ, ਕੋਈ ਸਾਨੂੰ ਦਿੱਕਤ ਨਹੀਂ, ਤੁਸੀਂ ਦੋਏ ਯੋਧੇ ਹੋ ਲੜੇ ਹੋ, ਸਾਨੂੰ ਦਿੱਕਤ ਨਹੀਂ। ਪਰ ਖਸਮਾ ਪਰ ਜੇ ਗਊਆਂ ਵਰਗੇ ਲੋਕਾਂ ਤੇ, ਭਾਵ ਮਾਸੂਮ ਲੋਕਾਂ ਤੇ ਜ਼ਾਲਮ ਸ਼ੇਰਾਂ ਵਰਗੇ ਰਾਜੇ ਪੈ ਜਾਣ ਟੁੱਟ ਕੇ, ਤਾਂ ਮਨ ਰੋਸ ਹੁੰਦਾ, ਦੁੱਖ ਹੁੰਦਾ, ਤੂੰ ਮਾੜਾ ਕਰ ਰਿਹਾ। ਖੈਰ ਇਹ ਵਿੱਚ ਮੈਂ ਐਡ ਕਰਤਾ ਤਾਂ ਹੁਣ ਕਿਉਂਕਿ ਯਾਦ ਆ ਗਿਆ ਸੀ। ਅੱਗੇ ਚੱਲਦੇ ਆਪਾਂ। ਬਾਬਰ ਆ ਗਿਆ। ਬਾਬਰ ਦੇ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਦਿੱਲੀ ਦਾ, ਇਹਨੇ ਐ ਸਮਝ ਲਓ ਵੀ ਸਿਰਫ 12,000 ਫੌਜ ਨਾਲ ਇਬਰਾਹੀਮ ਲੋਧੀ ਦੀ ਜਿਹੜੀ ਪਾਣੀਪਤ ਦੇ ਮੈਦਾਨ ਤੇ ਜੰਗ ਹੋਈ, ਉਹ ਜੰਗ ਦੇ ਵਿੱਚ ਕੁਛ ਘੰਟਿਆਂ ਦੇ ਵਿੱਚ 1,00,000 ਤੋਂ ਵੱਧ ਫੌਜ ਸੀ ਇਬਰਾਹੀਮ ਦੀ, 1,00,000 ਤੋਂ ਵੱਧ। ਪਰ ਬੇਤਰਤੀਬੀ, ਡਰਪੋਕ ਤੇ ਬੁਜ਼ਦਿਲ, ਕੁਛ ਘੰਟਿਆਂ 'ਚ 12,000 ਫੌਜ ਨਾਲ ਉਹਦੀ 1,00,000 ਤੋਂ ਵੱਡੀ ਫੌਜ ਨੂੰ ਹਰਾ ਕੇ ਲਤਾੜ ਕੇ ਸੁੱਟਤਾ। ਇਹ ਮਰਿਆ ਤਾਂ ਇਹਦਾ ਮੁੰਡਾ, ਕਿਉਂਕਿ ਅੱਡੋ ਅੱਡ ਸਮੇਂ ਦੇ ਉੱਤੇ ਰਾਜ ਹੁੰਦੇ ਗਏ, ਤਾਂ ਇਹਦਾ ਪੁੱਤ ਹਮਾਯੂੰ ਬਾਦਸ਼ਾਹ ਬਣਿਆ। ਬਾਦਸ਼ਾਹ ਹਮਾਯੂੰ ਬਣਿਆ ਤੇ ਇਹਦਾ ਟਕਰਾਅ ਹੋਇਆ ਗੁਰੂ ਅੰਗਦ ਸਾਹਿਬ ਮਹਾਰਾਜ ਨਾਲ। ਗੁਰੂ ਅੰਗਦ ਸਾਹਿਬ ਦੇ ਉਦੋਂ ਜਦੋਂ ਸ਼ੇਰ ਸ਼ਾਹ ਸੂਰੀ ਸੁਲਤਾਨ ਬਣ ਗਿਆ, ਇਹਨੂੰ ਭਜਾਤਾ, ਹਮਾਯੂੰ ਨੂੰ ਕੱਢਤਾ ਉੱਥੋਂ। ਹਮਾਯੂੰ 15 ਸਾਲਾਂ ਬਾਅਦ ਫਿਰ ਬਾਦਸ਼ਾਹ ਬਣਿਆ ਦਿੱਲੀ ਦਾ। ਹਮਾਯੂੰ 15 ਸਾਲਾਂ ਬਾਅਦ ਦਿੱਲੀ ਦਾ ਬਾਦਸ਼ਾਹ ਬਣਿਆ। ਇਸ ਵੇਲੇ 'ਚ ਕੁਛ ਸਿੱਖਾਂ ਨੂੰ ਮਾਹੌਲ ਸੁਖਾਵਾਂ ਮਿਲਿਆ, ਸਿੱਖ ਕੌਮ ਨੂੰ ਵਧਣ ਦਾ ਫੁੱਲਣ ਦਾ। ਤੇ ਇਹ ਤੋਂ ਬਾਅਦ ਇਹਦਾ ਬੇਟਾ, ਕਿਉਂਕਿ 6 ਮਹੀਨੇ ਵਿਚਾਰਾ ਦੁਬਾਰੇ ਬਾਦਸ਼ਾਹ ਰਹਿ ਸਕਿਆ, ਬਹੁਤਾ ਲੰਮਾ ਸਮਾਂ ਨਹੀਂ, ਇਹਦੀ ਮੌਤ ਹੋ ਗਈ। ਤੇ ਇਹਦਾ ਮੁੰਡਾ ਜਲਾਲੂਦੀਨ ਬਾਦਸ਼ਾਹ ਬਣਿਆ। ਹੁਣ ਇਹ ਜਲਾਲੂਦੀਨ ਕੌਣ ਸੀ? ਜਿਹਨੂੰ ਅਸੀਂ ਅਕਬਰ ਕਹਿ ਕੇ ਯਾਦ ਕਰਦੇ ਹਾਂ। ਅਕਬਰ ਲਕਬ ਹੈ, ਅਕਬਰ ਨਾਂ ਨਹੀਂ, ਉਹਦਾ ਲਕਬ ਹੈ ਮਹਾਨ, ਇਹਦਾ ਮਤਲਬ ਹੈ ਵੱਡਾ, ਸ਼ਾਨ। ਜਲਾਲੂਦੀਨ ਨਾਮ ਸੀ। ਅਕਬਰ ਦਾ ਲਕਬ ਧਾਰਨ ਕਰਕੇ ਬੈਠਾ। ਤਕਰੀਬਨ ਇਹਨੇ 49 ਸਾਲ ਰਾਜ ਕੀਤਾ। ਸੋ ਇਸ ਦੇ ਸਮੇਂ ਤਕਰੀਬਨ ਤੀਸਰੇ ਪਾਤਸ਼ਾਹ, ਚੌਥੇ ਪਾਤਸ਼ਾਹ ਤੇ ਪੰਚਮ ਪਾਤਸ਼ਾਹ ਦਾ ਸਮਾਂ ਰਿਹਾ, ਜਿਹਦੇ ਕਰਕੇ ਥੋੜਾ ਜਿਹਾ ਸੁਖਾਵਾਂ ਸਮਾਂ ਸਾਨੂੰ ਮਿਲਿਆ। ਉਹ ਸੁਖਾਵਾਂ ਸਮਾਂ ਮਿਲਣ ਕਰਕੇ ਸਿੱਖ ਕੌਮ ਨੂੰ ਕੁਝ ਕਾਰਜ ਕਰਨ ਦਾ ਮੌਕਾ ਮਿਲ ਗਿਆ, ਜਿਵੇਂ ਦਰਬਾਰ ਸਾਹਿਬ ਦੀ ਉਸਾਰੀ ਹੋ ਗਈ, ਸਰੋਵਰਾਂ ਦੀ ਹੋ ਗਈ, ਕੁਝ ਗੁਰੂ ਘਰਾਂ ਦੀਆਂ ਬਣਨਾ, ਸਿੱਖੀ ਦਾ ਪ੍ਰਚਾਰ ਹੋਣਾ। ਇਹ ਸੁਖਾਵਾਂ ਸਮਾਂ ਸੀ, ਕਿਉਂਕਿ ਇਹ ਦਿਆਨਤਦਾਰ ਸੀ, ਇਹਦੇ ਮਨ 'ਚ ਤਵੱਸਵੀ ਕੱਟੜਪੁਣਾ ਨਹੀਂ ਸੀ। ਇਹ ਚੀਜ਼ ਨੂੰ ਯਾਦ ਰੱਖਣਾ ਬਣਦਾ। ਸਿੱਖੀ ਥੋੜੀ ਬਹੁਤੀ ਸਾਹ ਲੈ ਸਕੀ, ਪਰ ਦੁਸ਼ਮਣ ਤੇ ਜਿਹੜੇ ਉਹ ਟਿਕੇ ਨਹੀਂ, ਤੇ ਉਹ ਲਗਾਤਾਰ ਚਾਲਾਂ ਚੱਲ ਰਹੇ ਤੇ ਅੰਦਰੂਨੀ ਕਲੇਸ਼ ਵੀ ਔਰ ਰਾਜਨੀਤਿਕ ਤੌਰ ਤੇ ਅਸਿੱਧੇ ਢੰਗ ਦੇ ਨਾਲ ਵਾਰ ਹੋ ਰਹੇ ਤੇ ਕੌਮ ਦੇ ਉੱਤੇ। ਇਹ ਆਪਾਂ ਫੇਰ ਸਾਂਝ ਕਰਾਂਗੇ। ਪਹਿਲਾਂ ਪਿੱਛੇ ਕਰ ਵੀ ਆਏ ਆ, ਕਿਉਂਕਿ ਬਹੁਤ ਛੋਟੀ ਉਮਰਾਂ 'ਚ ਗੁਰੂ ਪਾਤਸ਼ਾਹ ਚੜ੍ਹਾਈ ਕਰ ਰਹੇ ਨੇ, ਉਹ ਕਾਰਨ ਪਿੱਛੇ ਵੱਟਿਆ। ਖੈਰ ਇਹਦੇ ਤੋਂ ਬਾਅਦ ਨੂਰੂਦੀਨ, ਇਹਦਾ ਮੁੰਡਾ, ਜਹਾਂਗੀਰ ਦਾ ਲਕਬ ਧਾਰਨ ਕਰਕੇ ਬਾਦਸ਼ਾਹ ਬਣਿਆ। ਜਹਾਂਗੀਰ ਜਿਹਨੂੰ ਆਪਾਂ ਯਾਦ ਕਰਦੇ ਹਾਂ, ਤੇ ਇਹ ਜਹਾਂਗੀਰ ਉਹੀ ਹੈ ਬੈਠਣ ਸਾਰ, ਜੇ ਪਹਿਲੀ ਸਾਰੀ ਪਲਾਟ ਤਿਆਰ ਹੋ ਚੁੱਕਿਆ ਸੀ, ਦੁਸ਼ਮਣ ਸਿਰੇ ਦੇ ਬੈਠੇ ਤੇ, ਤਾਂ ਹੀ ਬੈਠਣ ਸਾਰ ਗੁਰੂ ਪਾਤਸ਼ਾਹ ਪੰਚਮ ਗੁਰਦੇਵ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਤ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਬੇਵਜ੍ਹਾ ਉਹੀ ਯਾਸਾ ਤੇ ਸਿਆਸਤ ਚੰਗੇਜ਼ ਖਾਨ ਦੇ ਕਾਨੂੰਨ ਅਨੁਸਾਰ ਸ਼ਹੀਦ ਕੀਤੇ। ਇਸੇ ਦੇ ਕਾਲ ਵਿੱਚ 6ਵੇਂ ਪਾਤਸ਼ਾਹ ਨੂੰ ਬੰਦੀ ਬਣਾ ਕੇ ਕੈਦ ਕੀਤਾ ਗਿਆ। ਉਹ ਕੈਦ ਦਾ ਸਮਾਂ ਅਲੱਗ-ਅਲੱਗ ਹੈ। ਮੀਰੀ ਪੀਰੀ ਦੇ ਮਾਲਕ ਪਾਤਸ਼ਾਹ ਨੂੰ, ਅਕਾਲ ਤਖਤ ਦੇ ਜਿਹੜੇ ਉਸਰਈਏ, ਉਹਨਾਂ ਨੂੰ ਕੈਦ ਕੀਤਾ ਗਿਆ। ਪਰ ਕੁਝ ਸਮੇਂ ਬਾਅਦ ਇਹਨਾਂ ਦੀ ਜਿਹੜਾ ਇਹ ਅੰਦਰਲਾ ਤਵੱਸਵਪੁਣਾ ਸੀ ਘਟਿਆ। ਗੁਰੂ ਪਾਤਸ਼ਾਹ ਨਾਲ ਸੁਖਾਵੇਂ ਸੰਬੰਧ ਹੋਏ। ਇਹ ਖੋਜ ਦਾ ਮੁਹਤਾਜ ਹੈ ਚੀਜ਼ ਵੀ ਸੁਖਾਵੇਂ ਸੰਬੰਧ ਕਿਉਂ ਹੋਏ ਤੇ ਕਿਵੇਂ ਹੋਏ, ਕਿਉਂਕਿ ਮੁਸਲਮਾਨ ਆਪਣੇ ਢੰਗ ਨਾਲ ਲਿਖਣਗੇ,
ਸਿੱਖ ਸ਼ਰਧਾਮਈ ਹੋ ਕੇ ਆਪਦੇ ਢੰਗ ਨਾਲ ਲਿਖਦੇ ਨੇ ਜੀ ਵੀ ਦੇਖੋ ਅਜ਼ਮਤ ਤੋਂ ਪ੍ਰਭਾਵਿਤ ਹੋ ਗਿਆ, ਐ ਹੋ ਗਿਆ। ਇਹ ਸ਼ਰਧਾਮਈ ਗੱਲਾਂ ਨੇ। ਅਸਲ ਕਾਰਨ ਕੀ ਸੀ? ਇਹ ਖੋਜ ਦਾ ਮੁਹਤਾਜ ਹੈ। ਖੈਰ, ਟਾਕਰਾ ਇਹਦੇ ਤੋਂ ਬਾਅਦ ਇਹਦਾ ਸ਼ਹਿਜ਼ਾਦਾ ਖੁਰਮ ਸ਼ਾਹਜਹਾਨ ਬਣ ਕੇ ਤਖਤ ਤੇ ਬੈਠਾ। ਇਹ ਉਹ ਸ਼ਾਹਜਹਾਨ ਹੈ ਜਿਹਨੇ ਬਹੁਤ ਸਾਰੀਆਂ ਬਿਲਡਿੰਗਾਂ ਬਣਾਈਆਂ ਨੇ ਔਰ ਸਭ ਤੋਂ ਮਸ਼ਹੂਰ ਬਿਲਡਿੰਗ ਇਹਦੀ ਤਾਜ ਮਹਿਲ ਹੈ। ਇਹਨੇ ਵੀ ਤਖਤ ਤੇ ਬਹਿੰਦਿਆਂ ਹੀ 6ਵੇਂ ਪਾਤਸ਼ਾਹ ਨਾਲ ਜੰਗਾਂ ਯੁੱਧਾਂ ਦਾ ਆਗਾਜ਼ ਕੀਤਾ, ਲੜਾਈ ਹੋਈ ਹੈ। ਕੁਛ ਟਾਈਮ ਫੇਰ ਸੁਖਾਵਾਂ ਚੱਲਿਆ, ਭਾਵੇਂ ਗੁਰਗੱਦੀ ਤੇ ਜਿਹੜੇ ਸਾਡੇ ਗੁਰੂ ਪਾਤਸ਼ਾਹ ਬੈਠ ਰਹੇ ਨੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਲੰਬਾ ਸਮਾਂ ਨਹੀਂ ਕੱਢ ਰਹੇ। 6ਵੇਂ ਪਾਤਸ਼ਾਹ ਤੋਂ ਬਾਅਦ 7ਵੇਂ ਪਾਤਸ਼ਾਹ ਗੱਦੀ ਤੇ ਬੈਠੇ ਨੇ ਤੇ 31 ਸਾਲ ਦੀ ਸਿਰਫ ਉਮਰ 'ਚ ਸਾਨੂੰ ਅਲਵਿਦਾ ਕਹਿ ਗਏ। ਅਸੀਂ ਲਿਖ ਦਿੰਦੇ ਹਾਂ ਜੀ ਜੋਤੀ ਜੋਤ ਸਮਾ ਗਏ, ਕਿਉਂਕਿ ਆਮ ਸਿੱਖ ਨੂੰ ਇਹ ਚੀਜ਼ ਵੱਲ ਕਦੇ ਧਿਆਨ ਹੀ ਨਹੀਂ ਗਿਆ ਵੀ ਕਿੰਨੀ ਕੁ ਉਮਰ ਸੀ। ਜੋਤੀ ਜੋਤ ਸਮਾਉਣ ਦਾ ਮਤਲਬ ਹੁੰਦਾ ਕਿ ਆਪਣੀ ਪੂਰੀ ਉਮਰ ਲੈ ਕੇ ਜਦੋਂ ਬੰਦਾ ਜਾਂਦਾ, ਜ਼ਿਆਦਾਤਰ ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਪੂਰੇ ਹੋ ਗਏ ਜੀ। ਪਰ ਨਹੀਂ, ਗੱਦੀ ਤੇ ਬੈਠਣ ਸਾਰ ਉਹਨਾਂ ਨੂੰ ਦਿੱਕਤਾਂ ਆ ਰਹੀਆਂ ਨੇ। ਕਿਸ ਢੰਗ ਨਾਲ ਖਤਮ ਕੀਤਾ ਜਾ ਰਿਹਾ ਹੈ? 8ਵੇਂ ਪਾਤਸ਼ਾਹ ਤੁਹਾਡੇ ਸਾਹਮਣੇ ਹੈ। ਅਸੀਂ ਨਾਮ ਚੇਚਕ ਦਾ ਲਾਤਾ ਕਿ ਉਹਨਾਂ ਨੂੰ ਚੇਚਕ ਹੋ ਗਈ, ਪਰ ਨਹੀਂ, ਚੇਚਕ ਦਾ ਤਾਂ ਉਹ ਇਲਾਜ ਕਰਦੇ ਨੇ, ਦਵਾਖਾਨੇ ਖੋਲ੍ਹੇ ਹੋਏ ਨੇ। ਤੇ ਇਹਦੇ ਤੋਂ ਬਾਅਦ ਸ਼ਾਹਜਹਾਨ ਤੋਂ ਬਾਅਦ ਇਹਦਾ ਬੇਟਾ ਮੁਹੀਉਦੀਨ, ਕਿਉਂਕਿ ਸ਼ਾਹਜਹਾਨ ਲੰਬਾ ਸਮਾਂ ਤਖਤ ਤੇ ਬੈਠਿਆ, ਬੇਟੇ ਤੋਂ ਡਿੱਕਿਆ ਨਹੀਂ ਗਿਆ। ਮੁਹੀਉਦੀਨ ਉਹ ਤਖਤ ਤੇ ਬੈਠਿਆ। ਹੁਣ ਇਹਦਾ ਅਸਲ ਨਾਮ ਤਾਂ ਇਹ ਹੈ ਮੁਹੀਉਦੀਨ, ਪਰ ਇਹ ਲਕਬ ਧਾਰਨ ਕੀਤਾ ਇਹਨੇ ਔਰੰਗਜ਼ੇਬ। ਔਰੰਗਜ਼ੇਬ ਤਖਤ ਤੇ ਬੈਠਿਆ ਤੇ ਇਹਦਾ ਟਾਕਰਾ ਸਿੱਖ ਕੌਮ ਨਾਲ ਬਹੁਤ ਖਤਰਨਾਕ ਤਰੀਕੇ ਨਾਲ ਹੋਇਆ। ਤੁਹਾਨੂੰ ਪਤਾ ਹੈ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਾ, 10ਵੇਂ ਪਾਤਸ਼ਾਹ ਨੂੰ ਪੂਰੀ ਜ਼ਿੰਦਗੀ ਇਸ ਬੰਦੇ ਨੇ ਪਰੇਸ਼ਾਨ ਕੀਤਾ। 4 ਸਾਹਿਬਜ਼ਾਦੇ ਇਹਦੇ ਰਾਜਕਾਲ 'ਚ ਸ਼ਹੀਦ ਹੋਏ। ਜੋ ਜੋ ਜ਼ੁਲਮ ਹੋਏ ਤੁਹਾਡੇ ਸਾਹਮਣੇ ਨੇ। ਇਹਦੇ ਤੋਂ ਬਾਅਦ ਇਹਦਾ ਬੇਟਾ, ਕਿਉਂਕਿ ਜਦੋਂ ਔਰੰਗਜ਼ੇਬ ਪੂਰਾ ਹੋ ਗਿਆ, ਇਹ ਤਕਰੀਬਨ 1707 ਦੇ ਵਿੱਚ ਪੂਰਾ ਹੋ ਗਿਆ, ਤਾਂ ਇਹਦਾ ਬੇਟਾ ਮੁਅੱਜ਼ਮ ਤਖਤ ਤੇ ਬੈਠਿਆ ਤੇ ਉਹਨੇ ਲਕਬ ਧਾਰਨ ਕੀਤਾ ਬਹਾਦਰ ਸ਼ਾਹ। ਕਿਉਂਕਿ ਆਪਣੇ ਕੋਲੇ ਲਕਬ ਵਾਲੇ ਨਾਮ ਆਪਣੇ ਯਾਦ ਨੇ, ਆਪਣੇ ਇਹ ਯਾਦ ਨਹੀਂ ਕਿ ਉਹਦਾ ਅਸਲੀ ਨਾਮ ਕੀ ਸੀ। ਤੇ ਇਹ ਬੈਠਿਆ, ਇਹਦਾ ਟਾਕਰਾ ਕਿਉਂਕਿ ਇਹਦੇ ਵੇਲੇ ਗੁਰੂ ਪਾਤਸ਼ਾਹ ਵੀ ਮੌਜੂਦ ਨੇ, ਕਿਉਂਕਿ ਗੁਰੂ ਪਾਤਸ਼ਾਹ ਨੇ ਇਹਨੂੰ ਤਖਤ ਤੇ ਬੈਠਣ ਲਈ ਮਦਦ ਕੀਤੀ ਹੈ। ਪਰ ਇਹ ਬੰਦਾ ਇਮਾਨਦਾਰ, ਵਫਾਦਾਰ ਔਰ ਇਮਾਨਦਾਰ, ਈਮਾਨ ਭਾਵ ਧਰਮੀ ਜਿਹਨੂੰ ਆਪਾਂ ਕਹਿੰਦੇ ਤੇਰਾ ਈਮਾਨ ਹੈ, ਉਹ ਨਾ ਨਿਕਲਿਆ, ਬਦਲ ਗਿਆ ਤੇ ਹਜ਼ੂਰ ਨੇ ਇਹਦਾ ਖਹਿੜਾ ਛੱਡਤਾ। ਬਾਬਾ ਬੰਦਾ ਸਿੰਘ ਬਹਾਦਰ ਨਾਲ ਇਹਦਾ ਟਕਰਾਅ ਸ਼ੁਰੂ ਹੋ ਗਿਆ, ਹੁਣੇ ਹੀ ਸੀ। ਪਰ ਇਹਦੀ ਬਹੁਤੀ ਬਾਹ ਨਹੀਂ ਚੱਲੀ। ਇਹ ਤਕਰੀਬਨ 1712 ਦੇ ਲਗਭਗ ਮਰ ਗਿਆ। ਇਸ ਤੋਂ ਬਾਅਦ ਇਹਦਾ ਪੁੱਤ ਜਹਾਂਦਾਰ ਸ਼ਾਹ ਤਖਤ ਤੇ ਬੈਠਿਆ, ਜਾਂ ਕਹਿ ਲਓ ਉਹਨੂੰ ਬਿਠਾਇਆ ਸੈਯਦਾਂ ਨੇ, ਤੇ ਉਹ 11 ਮਹੀਨੇ ਲਈ ਉਹ ਬੈਠਿਆ, ਉਹਦੀ ਮੌਤ ਹੋ ਗਈ। ਹੁਣ ਇਹ ਸੈਯਦਾਂ ਦੀ ਤਾਕਤ ਇੱਥੋਂ ਸ਼ੁਰੂ ਹੋ ਜਾਂਦੀ ਹੈ। ਪਹਿਲਾਂ ਮੈਂ ਸੈਯਦ ਬਾਰੇ ਦੱਸ ਦੇਵਾਂ ਵੀ ਇਹ ਸੈਯਦ ਕੌਣ ਹੁੰਦੇ ਨੇ, ਕਿਉਂਕਿ ਇੱਥੇ ਕਾਫੀ ਜ਼ਿਕਰ ਆਊਗਾ ਵੀ ਸੈਯਦਾਂ ਨੇ ਆਹ ਬਿਠਾਤਾ, ਸੈਯਦਾਂ ਨੇ ਆਹ ਬਿਠਾਤਾ ਤਖਤ ਤੇ। ਪਹਿਲਾਂ ਤਾਂ ਸੈਯਦ ਕੌਣ ਹੁੰਦੇ ਨੇ। ਪਰਸੋਂ ਜਾਂ ਚੌਥੇ ਦੀ ਗੱਲ ਹੈ, ਮੈਂ ਇੱਕ ਲਾਈਵ ਪ੍ਰੋਗਰਾਮ ਸੁਣ ਰਿਹਾ ਸੀ, ਪਾਕਿਸਤਾਨ ਤੋਂ ਕੋਈ ਚੰਗਾ ਬੁਲਾਰਾ ਸੀ। ਉਹਨਾਂ ਦੇ ਕੁਛ ਕੁ ਫੈਮਿਲੀ ਮੈਂਬਰ ਮੇਰੇ ਨਾਲ ਫੇਸਬੁੱਕ 'ਤੇ, ਉਹਨਾਂ ਨੇ ਮੈਨੂੰ, ਤੇ ਕੁਛ ਮੇਰੇ ਹੋਰ ਭਰਾ ਵੀ ਹੈਗੇ ਨੇ ਜਿਨ੍ਹਾਂ ਨੇ ਮੈਨੂੰ ਰਿਕਮੈਂਡ ਕੀਤਾ ਕਿ ਉਹ ਪ੍ਰੋਗਰਾਮ ਚੱਲ ਰਿਹਾ। ਮੈਂ ਕੁਦਰਤੀ ਵਿਹਲਾ ਸੀ, ਮੈਂ ਔਨ ਕਰ ਲਿਆ। ਉਹਦੇ 'ਚ ਜਿਹੜੀ ਉਹਨੇ ਡੈਫੀਨੇਸ਼ਨ ਦਿੱਤੀ ਸੈਯਦਾਂ ਦੀ, ਉਹ ਬਹੁਤ ਕਮਾਲ ਸੀ। ਉਹ ਕਹਿੰਦਾ ਜਿਹੜੇ ਸੈਯਦ ਨੇ ਇਹ ਸਾਡੇ ਬਾਹਮਣ ਨੇ। ਜਿਵੇਂ ਕਹਿੰਦਾ ਹਿੰਦੂ ਕੌਮ ਦੇ ਉੱਤੇ ਬਾਹਮਣ ਬੈਠੇ ਨੇ ਨਾ ਸਿਰ ਤੇ, ਕਿ ਅਸੀਂ ਹੀ ਧਰਮ ਦੇ ਮਾਲਕ ਹਾਂ, ਸਰਬੋਤਮ ਹਾਂ, ਅਸੀਂ ਰੱਬ ਦੇ ਮੂੰਹ 'ਚੋਂ ਨਿਕਲੇ ਹਾਂ, ਤਾਂ ਇਹ ਜਿਹੜੇ ਸੈਯਦ ਨੇ ਇਹ ਇਸਲਾਮ ਦੇ ਬਾਹਮਣ ਨੇ। ਇਹ ਹਜ਼ਰਤ ਮੁਹੰਮਦ ਸਾਹਿਬ ਦੀ ਖਾਨਦਾਨ ਦੇ ਵਿੱਚੋਂ ਨੇ ਤੇ ਉਹ ਆਪਣੇ ਆਪ ਨੂੰ ਸਰਬੋਤਮ ਸਮਝਦੇ ਨੇ, ਉੱਚਾ ਸਮਝਦੇ ਨੇ ਕਿ ਸਾਡੇ ਤੋਂ ਉੱਚਾ ਕੋਈ ਨਹੀਂ, ਅਸੀਂ ਹਾਂ ਅਸਲ ਇਸਲਾਮ ਦੇ ਪ੍ਰਚਾਰਕ ਕਹਿ ਲਓ, ਜਾਂ ਮੋਢੀ ਕਹਿ ਲਓ, ਜਾਂ ਬਾਪ ਕਹਿ ਲਓ, ਮੁਖੀ ਅਸੀਂ ਹਾਂ। ਇੱਕ ਤੁਹਾਨੂੰ ਹੋਰ ਦੱਸ ਦੇਵਾਂ, ਬਾਦਸ਼ਾਹ ਦਾ ਜਿਹੜਾ ਮਹਾਵਤ ਹੁੰਦਾ ਸੀ, ਮਹਾਵਤ ਕਹਿੰਦੇ ਨੇ ਹਾਥੀ ਦਾ ਡਰਾਈਵਰ, ਜਿਹਦੇ ਕੋਲ ਹਾਥੀ ਦਾ ਸਟੀਅਰਿੰਗ ਹੁੰਦਾ ਸੀ। ਕਿਉਂਕਿ ਬੋਲੀ ਅੱਜ ਦੇ ਹਿਸਾਬ ਨਾਲ ਮੈਂ ਤਾਂ ਦੱਸ ਰਿਹਾ ਵੀ ਆਪਾਂ ਨੂੰ ਸਮਝ ਆ ਜੇ। ਹਾਥੀ ਦਾ ਡਰਾਈਵਰ ਮਹਾਵਤ ਜਿਹੜਾ ਉਹਦੇ ਕੁੰਡਾ ਲੈ ਕੇ ਬਹਿੰਦਾ ਸੀ, ਉਹ ਸਿਰਫ ਔਰ ਸਿਰਫ ਸੈਯਦ ਬਣ ਸਕਦਾ ਹੈ। ਕਿਉਂ? ਕਿਉਂਕਿ ਮਹਾਵਤ ਦੀ ਪਿੱਠ ਹੋਊਗੀ ਬਾਦਸ਼ਾਹ ਵੱਲ, ਮੂੰਹ ਨਹੀਂ।
ਕਿਉਂਕਿ ਉਹਦਾ ਮੂੰਹ ਤਾਂ ਅੱਗੇ ਹੈ। ਤੇ ਬਾਦਸ਼ਾਹ ਨੂੰ ਵੱਲ ਪਿੱਠ ਕਰਨ ਦਾ ਅਧਿਕਾਰ ਸਿਰਫ ਔਰ ਸਿਰਫ ਸੈਯਦ ਨੂੰ ਹੈ, ਹੋਰ ਕਿਸੇ ਦੀ ਇੰਨੀ ਜ਼ਰੂਰਤ ਨਹੀਂ ਕਿ ਬਾਦਸ਼ਾਹ ਵੱਲ ਪਿੱਠ ਕਰ ਜੇ। ਇਸ ਲੈਵਲ ਦਾ ਇਹਨਾਂ ਦਾ ਰੁਤਬਾ ਹੈ। ਸੋ ਇਹ ਸੈਯਦ ਭਰਾ ਤਾਕਤ ਫੜੇ ਹੋਏ ਸੀ। ਇਹਨਾਂ ਨੇ ਜਹਾਂਦਾਰ ਖਾਂ 11 ਮਹੀਨੇ ਬੈਠਾ ਤਾਂ ਇਹਨਾਂ ਨੂੰ ਪਸੰਦ ਨਹੀਂ ਆਇਆ, ਉਹਨੂੰ ਲਾਤਾ ਤਖਤ ਤੋਂ, ਖਤਮ ਕਰਤਾ। ਤਾਂ ਰਫੀਰੂ ਦਾ ਜਾਤ, ਇਹ ਔਖਾ ਜਿਹਾ ਨਾਮ ਹੈ, ਮੇਰੇ ਤੋਂ ਲਿਆ ਵੀ ਨਹੀਂ ਜਾਂਦਾ, ਉਹਨੂੰ ਤਖਤ 'ਤੇ ਬਿਠਾਇਆ। ਉਹ 3 ਮਹੀਨੇ ਤਖਤ 'ਤੇ ਬੈਠਿਆ, ਪਸੰਦ ਨਹੀਂ ਆਇਆ ਤਾਂ ਉਹਦਾ ਬੇਟਾ ਇਹਨੂੰ ਖਤਮ ਕਰਤਾ, ਇਹਦਾ ਭਰਾ ਰਫੀਉਦੁੱਲਾ, ਉਹ ਤਖਤ 'ਤੇ ਬਿਠਾਇਆ। 3 ਮਹੀਨੇ ਇਹਨੂੰ ਨਹੀਂ ਗੱਦੀ 'ਤੇ ਬੈਠਣ ਦਿੱਤਾ, ਭਰਾ ਦੇ ਮਗਰੇ ਤੋਰ ਕੇ ਫਰਖਸ਼ੀਅਰ ਨੂੰ ਗੱਦੀ 'ਤੇ ਬਿਠਾਇਆ। ਤੇ ਇਹਨਾਂ ਸਾਰਿਆਂ ਦੇ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਹੈ। ਜਿਹੜੇ ਹੁਣ ਚੱਲ ਰਹੇ ਨੇ, ਮੈਂ 3-4 ਤੁਹਾਨੂੰ ਗਿਣਾਏ ਨੇ, ਕਿਉਂਕਿ ਗੱਦੀ ਲਗਾਤਾਰ ਬਦਲਦੀ ਰਹੀ, ਦਿੱਲੀ ਤਾਂ ਆਪਸ 'ਚ ਉਲਝੀ ਰਹੀ, ਜਿਹਦੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਹਾਦਰ ਸ਼ਾਹ ਨੇ ਬੁਰੀ ਤਰ੍ਹਾਂ ਤੋੜਤਾ ਸੀ। ਬਹੁਤ ਉਹਨੇ ਵੱਡੀ ਫੌਜ ਭੇਜ ਕੇ ਤਬਾਹ ਕਰਤਾ ਸੀ ਇੱਕ ਵਾਰੀ। ਪਰ ਆ ਜਦੋਂ ਸਮਾਂ ਮਿਲਿਆ ਤਾਂ ਬਾਬਾ ਜੀ ਫਿਰ ਤਾਕਤ ਫੜ ਗਏ। ਅੱਗਾਂ ਦੇ ਵਿੱਚੋਂ ਪੈਦਾ ਹੋਈ ਕੌਮ। ਕੁੱਕਨੂਸ ਬਾਰੇ ਇੱਕ ਨਾ ਕਹਾਣੀ ਪੜ੍ਹੀ ਜਾਂਦੀ ਹੈ, ਉਹ ਇੱਕ ਕਾਲਪਨਿਕ ਕਹਾਣੀ ਹੈ। ਉਹਦੇ ਵਿੱਚ ਹੈ, ਕਹਿੰਦੇ ਇੱਕ ਕੁੱਕਨੂਸ ਨਾਮ ਦਾ ਪੰਛੀ ਹੈ, ਉਹ ਸਾਰੀ ਉਮਰ ਅਸਮਾਨ 'ਚ ਉੱਡਦਾ ਹੈ, ਕਦੇ ਥੱਲੇ ਨਹੀਂ ਉਤਰਦਾ। ਇਹ ਇੱਕ ਕਹਾਣੀ ਹੈ ਜਿਹੜੀ ਕਿ ਸੁਣਾਈ ਗਈ ਹੈ। ਉਹ ਜ਼ਮੀਨ 'ਤੇ ਨਹੀਂ ਆਉਂਦਾ, ਸਾਰੀ ਉਮਰ ਅਸਮਾਨ 'ਚ ਉੱਡਦਾ। ਲਾਸਟ ਟਾਈਮ 'ਤੇ ਉਹ ਇੱਕ ਚਿਖਾ ਤਿਆਰ ਕਰਦਾ, ਡੱਕੇ ਇਕੱਠੇ ਕਰਦਾ, ਇੱਕ ਚਿਖਾ ਤਿਆਰ ਕਰਦਾ ਅਤੇ ਫਿਰ ਇੱਕ ਦਰਦਨਾਕ ਗੀਤ ਗਾਉਂਦਾ। ਉਹ ਗੀਤ ਇੰਨਾ ਦਰਦਨਾਕ ਹੁੰਦਾ ਕਿ ਉਹ ਚਿਖਾ ਦੇ ਵਿੱਚ ਅੱਗ ਬਲਦੀ ਹੈ, ਅੱਗ ਦਾ ਲਾਟਾਂ ਉੱਠਦੀਆਂ ਨੇ ਅਤੇ ਉਹ ਪੰਛੀ ਆ ਕੇ ਉਹਦੇ ਵਿੱਚ ਡਿੱਗ ਜਾਂਦਾ ਹੈ ਅੱਗ 'ਚ। ਉਹ ਜਦੋਂ ਅੱਗ ਸ਼ਾਂਤ ਹੁੰਦੀ ਹੈ ਤਾਂ ਉਸ ਭੁੱਬਲ ਦੇ ਵਿੱਚੋਂ ਇੱਕ ਆਂਡਾ ਪਿਆ ਹੁੰਦਾ, ਉਹ ਕੁੱਕਨੂਸ ਦਾ, ਅਤੇ ਇੱਕ ਨਵਾਂ ਪੰਛੀ ਪੈਦਾ ਹੋ ਕੇ ਆਕਾਸ਼ 'ਚ ਉੱਡ ਜਾਂਦਾ। ਅਤੇ ਸੱਚ ਜਾਣਿਓ, ਸਿੱਖ ਕੌਮ ਉਸ ਕੁੱਕਨੂਸ ਵਰਗੀ ਹੈ ਜਿਹੜੀ ਕਿ ਅੱਗ ਦੇ ਵਿੱਚ ਹੀ ਪੈਦਾ ਹੋਈ, ਉਹਦਾ ਵਜੂਦ ਅੱਗ 'ਚ ਰਿਹਾ ਅਤੇ ਅੱਗ ਦੇ ਵਿੱਚ ਹੀ ਉਹ ਅੱਗੇ ਵੱਧਦੀ ਗਈ ਹੈ ਨਾ ਕਮਾਲ ਦੀ ਗੱਲ। ਸੋ ਉਹਦੇ ਤੋਂ ਬਾਅਦ ਜਿਹੜਾ ਆ ਗਿਆ ਫਰਖਸ਼ੀਅਰ, ਬਾਦਸ਼ਾਹ ਫਰਖਸ਼ੀਅਰ ਦਿੱਲੀ ਦੇ ਤਖਤ 'ਤੇ ਬੈਠਿਆ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਵਾਲਾ ਇਹ ਫਰਖਸ਼ੀਅਰ ਬਾਦਸ਼ਾਹ ਹੈ। ਇਹਨੇ ਬਾਬਾ ਜੀ ਨੂੰ ਸ਼ਹੀਦ ਕੀਤਾ। ਇਹਦਾ ਟਕਰਾਅ ਜਦੋਂ ਆਪਾਂ ਕਹਿ ਲਈਏ ਕਿ ਬਹੁਤ ਵੱਡੇ ਪੱਧਰ 'ਤੇ ਸਿੱਖਾਂ ਨਾਲ ਰਿਹਾ। ਇਹ ਵੀ ਬਹੁਤਾ ਟਾਈਮ ਨਹੀਂ ਬੈਠ ਸਕਿਆ, ਇਹਨੂੰ ਵੀ ਪਸੰਦ ਨਹੀਂ ਕੀਤਾ, ਕਿਉਂਕਿ ਸੈਯਦਾਂ ਦੀ ਤਾਕਤ ਸੀ ਜਿਹੜੀ ਉਹ ਮਨ ਮਰਜ਼ੀ ਦੀ ਚੱਲ ਰਹੀ ਸੀ, ਅਤੇ ਉਹਨਾਂ ਦੀ ਮਰਜ਼ੀ ਦੇ ਅਨੁਸਾਰ ਹੀ ਬਾਦਸ਼ਾਹ ਜਿੰਨਾ ਚਿਰ ਰਾਜ ਕਰਦਾ ਹੈ ਓਨਾ ਚਿਰ ਤਾਂ ਠੀਕ ਹੈ, ਅਖੀਰ ਨੂੰ ਉਹਨੂੰ ਖਤਮ। ਇਹਦੇ ਤੋਂ ਬਾਅਦ ਸੈਯਦਾਂ ਦੀ ਨਜ਼ਰ ਪਈ ਮੁਹੰਮਦ ਸ਼ਾਹ 'ਤੇ। 7 ਸਾਲ ਦੀ ਨਜ਼ਰਬੰਦੀ ਸੀ ਉਹਨੂੰ ਕੀਤੀ ਹੋਈ। 7 ਸਾਲ ਦੀ ਨਜ਼ਰਬੰਦੀ ਤੋਂ ਬਾਅਦ ਇਹ ਮੁਹੰਮਦ ਸ਼ਾਹ ਜਿਹੜਾ ਕਿ ਪਹਿਲਾਂ ਕੈਦ ਕੀਤਾ ਹੋਇਆ ਸੀ, ਇਹ ਆਇਆ, ਇਹਨੂੰ ਤਖਤ 'ਤੇ ਬਿਠਾਇਆ। ਮਸਾਂ ਮਰਦੇ ਨੂੰ, ਇਹਨੂੰ ਤਾਂ 7 ਸਾਲਾਂ ਬਾਅਦ ਤਖਤ ਮਿਲਿਆ। ਇਹ ਸਭ ਤੋਂ ਕਮਜ਼ੋਰ ਬਾਦਸ਼ਾਹ ਸੀ ਅਤੇ ਰੰਗੀਲਾ ਇਹਦਾ ਨਾਮ ਸੀ। ਰੰਗੀਲੇ ਦਾ ਮਤਲਬ ਹੈ ਨਜ਼ਾਰੇ ਲੈਣ ਵਾਲਾ। ਇਹ ਜਦੋਂ ਕੈਦ 'ਚੋਂ ਨਿਕਲਿਆ ਮੋਟੀ ਫੀਮ ਖਾਂਦਾ ਸੀ, ਨਸ਼ਿਆਂ ਦਾ ਆਦੀ ਸੀ, ਰੰਗ ਰਾਗਨ ਦੇ ਵਿੱਚ ਰਿਹਾ। ਰਾਜ ਤਾਂ ਸੈਯਦੇ ਕਰਦੇ ਰਹੇ, ਇਹਨੇ ਤਾਂ ਮਾਂ ਦੇ ਪੁੱਤ ਨੇ ਕਿਲੇ ਤੋਂ ਬਾਹਰ ਨਹੀਂ ਕਦੇ ਆਇਆ। ਅੱਗੇ ਸਾਂਝ ਕਰੂੰਗਾ। ਇਹਨੂੰ ਖਤਮ ਕਰਿਆ ਸੀ ਨਾਦਰ ਸ਼ਾਹ ਨੇ। ਨਾਦਰ ਸ਼ਾਹ ਈਰਾਨੀ, ਜਿਹੜਾ ਕਾਬਲ ਮਾਰ ਕੇ ਆਕੜਿਆ, ਅਭਿਮਾਨੀ ਚੜ੍ਹਿਆ ਹਿੰਦ 'ਤੇ, ਉਹਨੇ ਡਾਢੀ ਕੀਤੀ ਹਾਨੀ, ਭਾਰਤ ਵਰਸ਼ ਦੀ ਨਾ ਰੜਕੀ ਕੋਈ ਜਵਾਨੀ। ਉਹਦੇ ਸਾਹਮਣੇ ਉਹਦੀ ਫੌਜ ਜਿਵੇਂ ਤੁਫਿਆਨੀ ਜ਼ਿਲਮ ਅਟਕਦੀ ਆ, ਧੂੜ ਚੜ੍ਹੀ ਅਸਮਾਨੀ ਬੁਰਛੇ ਦਲਾਂ ਦੀ, ਉਹਨੂੰ ਤੱਕ ਕੇ ਮੌਤ ਨਿਸ਼ਾਨੀ ਕੰਬਿਆ ਜ਼ਕਰੀਆ। ਇਹ ਮੈਂ ਅੱਗੇ ਸਾਂਝ ਕਰੂੰਗਾ, ਕਵਿਤਾ ਕਾਫੀ ਲੰਬੀ ਹੈ। ਸੋ ਇਹ ਨਾਦਰ ਬਿੱਟ ਆ ਗਿਆ। ਨਾਦਰ ਨੇ ਇਹਨਾਂ ਨੂੰ ਤਬਾਹ ਕਰਤਾ। ਨਾਦਰ ਤੋਂ ਬਾਅਦ ਉਹਦਾ ਸੈਨਾਪਤੀ ਅਹਿਮਦ ਸ਼ਾਹ ਅਬਦਾਲੀ, ਉਹ ਆਇਆ। ਹੁਣ ਮੈਂ ਗੱਲ ਕਰਾਂ, ਮੁਹੰਮਦ ਸ਼ਾਹ ਦੇ ਵੇਲੇ ਸਿੱਖਾਂ ਨੂੰ ਪਹਿਲੀ ਖਿੱਲਤ ਮਿਲੀ ਹੈ। ਜਿਹੜਾ ਨਵਾਬ ਕਪੂਰ ਸਿੰਘ ਅਸੀਂ ਕਹਿੰਦੇ ਹਾਂ, ਉਹ ਮੁਹੰਮਦ ਸ਼ਾਹ ਰੰਗੀਲਾ ਔਰ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ। ਪਹਿਲੀ ਵਾਰ, ਮੈਨੂੰ ਪਤਾ ਥੋੜ੍ਹਾ ਜਿਹਾ ਤੁਹਾਨੂੰ ਬੋਰ ਹੋ ਰਹੇ ਹੋਣਗੇ ਵੀ ਆਹ ਕਿਹੜਾ ਸਬਜੈਕਟ ਲੈ ਕੇ ਬਹਿ ਗਿਆ ਯਾਰ, ਤੂੰ ਗੱਲ ਹੋਰ ਕਰ, ਪਰ ਮੈਂ ਚਾਹੁੰਦਾ ਸੀ ਥੋੜ੍ਹਾ ਜਿਹਾ ਬਰੀਫਲੀ ਆਪਾਂ ਨੂੰ ਪਤਾ ਲੱਗ ਜਾਵੇ ਕਿ ਸਿੱਖ ਕੌਮ ਪੈਦਾ ਕਿੱਥੋਂ ਹੋਈ, ਉਹਦਾ ਟਕਰਾਅ ਕਿਹਦੇ ਨਾਲ ਹੋਇਆ, ਕਿਹੜੇ ਗੁਰੂ ਪਾਤਸ਼ਾਹ ਵੇਲੇ ਜਾਂ ਕਿਹੜੇ ਸਿੱਖ ਵੇਲੇ ਕਿਹੜਾ ਹੁਕਮਰਾਨ ਸੀ। ਥੋੜ੍ਹਾ ਜਿਹਾ ਆਪਾਂ ਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਆਪਣਿਆਂ ਬਾਰੇ ਤਾਂ ਬਹੁਤਾ ਆਪਾਂ ਨੂੰ ਪਤਾ ਹੈ। ਨਵਾਬ ਕਪੂਰ ਸਿੰਘ, ਮੁਹੰਮਦ ਸ਼ਾਹ
ਰੰਗੀਲੇ ਦੇ ਵੇਲੇ ਤਾਕਤ 'ਚ ਆਇਆ। ਉਦੋਂ ਪਹਿਲਾਂ ਦਰਬਾਰਾ ਸਿੰਘ ਸੀ, ਸਿੱਖ ਕੌਮ ਦਾ ਵਾਹਿਦ ਜਥੇਦਾਰ, ਦਲ ਖਾਲਸਾ ਦਾ ਮੁਖੀ। ਭਾਵੇਂ ਉਦੋਂ ਦਲ ਖਾਲਸਾ ਹੋਂਦ 'ਚ ਨਹੀਂ ਆਇਆ ਸੀ, ਪਰ ਸਮੁੱਚੀ ਕੌਮ ਦਾ ਜਥੇਦਾਰ ਭਾਈ ਦਰਬਾਰਾ ਸਿੰਘ ਨੂੰ ਮੰਨਿਆ ਜਾਂਦਾ ਸੀ। ਉਹਨਾਂ ਤੋਂ ਬਾਅਦ ਨਵਾਬ ਕਪੂਰ ਸਿੰਘ ਨੂੰ ਨਵਾਬੀ ਦੀ ਖਿੱਲਤ ਮਿਲੀ। ਜਦੋਂ ਅੱਗੇ ਤੁਰਦੇ ਆ, ਨਾਦਰ ਆ ਗਿਆ। ਨਾਦਰ ਦੇ ਹੁੰਦੇ ਟਾਕਰਾ ਹੋਇਆ ਸਿੱਖ ਮਿਸਲਾਂ ਦਾ। ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਉਹ ਤਾਕਤ 'ਚ ਆ ਗਏ। ਉਦੋਂ ਤਾਂ ਸਿੱਖਾਂ ਦੀ ਪੂਰੀ ਚੜ੍ਹਾਈ ਹੋ ਗਈ। ਐਂ ਕਹ ਲਓ ਵੀ ਤਾਕਤਵਰ ਜਰਨੈਲ ਬੇਸ਼ੱਕ ਘੱਲੂ ਘਾਰੇ ਵਾਪਰੇ ਨੇ, ਪਰ ਹੁਣ ਕੌਮ ਜਵਾਨ ਹੋ ਚੁੱਕੀ ਤੇ ਉਹਨਾਂ ਘੱਲੂ ਘਾਰਿਆਂ ਦਾ ਟਾਕਰਾ ਕਰਨ ਲਈ ਹੁਣ ਇਹ ਸਮਝ ਲਓ ਵੀ ਤਾਕਤ ਹੱਥ 'ਚ ਆ ਚੁੱਕੀ ਸੀ ਪੂਰੀ ਤਰ੍ਹਾਂ। ਫੇਰ ਟਾਕਰਾ ਚੱਲਿਆ ਅਬਦਾਲੀ ਨਾਲ। ਅਬਦਾਲੀ ਵੇਲੇ ਵੀ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਅਹਿਮਦ ਸ਼ਾਹ ਅਬਦਾਲੀ ਨਾਲ ਟਾਕਰਾ ਕਰਨ ਵਾਲੇ ਪੈਦਾ ਹੋ ਗਏ। ਜੱਸਾ ਸਿੰਘ ਆਹਲੂਵਾਲੀਆ, ਜੱਸਾ ਸਿੰਘ ਰਾਮਗੜੀਆ, ਭੰਗੀ ਸਰਦਾਰ, ਬੇਅੰਤ ਮੈਂ ਅੱਗੇ ਸਾਂਝ ਕਰੂ 11 ਦੀਆਂ 11 ਮਿਸਲਾਂ ਵਾਲੇ ਉਹ ਯੋਧੇ ਹੋਏ ਨੇ। ਤੇ ਅਬਦਾਲੀ ਤੋਂ ਬਾਅਦ ਇਹਦਾ ਮੁੰਡਾ ਜਮਾਲ ਖਾਂ ਉਹ ਬਾਦਸ਼ਾਹ ਬਣਿਆ। ਉਹਨੇ ਹਮਲਾ ਕੀਤਾ। ਉਹਦਾ ਟਾਕਰਾ ਫਿਰ ਮਹਾਰਾਜਾ ਰਣਜੀਤ ਸਿੰਘ ਨਾਲ ਹੋਇਆ। ਇੱਥੇ ਤੱਕ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਆਪਾਂ ਹੁਣ ਲੰਬਾ ਇਤਿਹਾਸ ਹੋਊਗਾ ਉਹ ਬਾਅਦ 'ਚ ਕਰਾਂਗੇ। ਇਹ ਮੈਂ ਤਾਂ ਦੱਸਿਆ ਵੀ ਆਹ ਬਾਦਸ਼ਾਹ ਸੀ ਜਿਹੜੇ ਸਾਡੇ ਨਾਲ ਟਕਰਾਉਂਦੇ ਰਹੇ ਨੇ। ਇਹ ਖਾਨਦਾਨ ਉਹਨਾਂ ਦਾ ਚੱਲਿਆ ਤੇ ਸਾਡੇ ਸਿੱਖਾਂ ਦਾ ਜਿਹੜਾ ਲੜਾਈ ਦਾ ਇਹ ਸਿਸਟਮ ਚੱਲਿਆ। ਸੋ ਹੁਣ ਆ ਜਾਈਏ ਆਪਾਂ ਮੁੜ ਕੇ ਜਿਹੜੀ ਆਪਣੀ ਲਾਈਨ ਚੱਲੀ ਹੋ ਰਹੀ ਸੀ ਕਿ ਵੀਰ ਨੇ ਕਿਉਂਕਿ ਕੁਐਸਚਨ ਕੀਤਾ ਸੀ, ਉਹ ਕਹਿੰਦਾ ਜ਼ਰੂਰੀ ਹੈ ਵੀ ਸਾਨੂੰ ਜ਼ਰੂਰ ਦੱਸਿਓ ਜੀ। ਸੋ ਮੈਂ ਜੋ ਸਾਂਝ ਕਰ ਰਿਹਾ ਸੀ ਇਹ ਇਸ ਢੰਗ ਨਾਲ ਲੜੀ ਚੱਲੀ। ਇਹਨਾਂ ਨੇ ਰੱਜ ਜ਼ੁਲਮ ਕੀਤੇ ਤੇ ਜਿਹੜਾ ਇਹਦਾ ਆਪਣਾ ਲਾਹੌਰ ਦਾ ਸੂਬੇਦਾਰ ਜ਼ਕਰੀਆ ਖਾਨ ਉਹਨੇ ਦਮਨ ਚੱਕਰ ਚਲਾਤਾ। ਗਸ਼ਤੀ ਫੌਜਾਂ ਮੋਮਨ ਖਾਂ ਉਹਨੇ ਨਾਇਬ ਸੂਬੇਦਾਰ ਬਣਾ ਲਿਆ ਤੇ ਦੀਵਾਨ ਆਪਣਾ ਬਣਾ ਲਿਆ ਦੀਵਾਨ ਲਖਪਤ ਰਾਏ ਨੂੰ। ਇਹਨਾਂ ਦੋਨਾਂ ਨੂੰ ਹੁਕਮ ਕਰਤਾ ਵੀ ਜਿੱਥੇ ਸਿੱਖ ਮਿਲਦਾ ਡੱਕਰੇ ਕਰ ਦੋ, ਖਤਮ ਕਰ ਦੋ। ਮੇਰੇ ਭਾਈ ਉਧਰੋਂ ਭਾਈ ਤਾਰਾ ਸਿੰਘ ਵਾਂ ਦੀ ਸ਼ਹਾਦਤ ਹੋ ਚੁੱਕੀ ਸੀ ਤੇ ਭਾਈ ਤਾਰਾ ਸਿੰਘ ਵਾਂ ਦੀ ਜਦੋਂ ਸ਼ਹਾਦਤ ਹੋਈ ਤਾਂ ਗੱਭਰੂਆਂ ਦਾ ਖੂਨ ਖੌਲ ਉੱਠਿਆ। ਉਹਨਾਂ ਦੀਆਂ ਤੇਗਾਂ ਆਪਣੇ ਆਪ ਮਿਆਨਾਂ 'ਚੋਂ ਬਾਹਰ ਆ ਗਈਆਂ। ਬਸ ਅੱਖਾਂ 'ਚ ਖੂਨ ਉਤਰ ਆਇਆ। ਕਹਿੰਦੇ ਬਹੁਤ ਹੋ ਗਿਆ, ਹੁਣ ਲੁਕ ਛੁਪ ਕੇ ਦਿਨ ਕੱਟਦਿਆਂ ਨੂੰ ਹੁਣ ਇੱਕ ਏਕੜੀ ਕਰ ਦਈਏ। ਹੁਣ ਹੋ ਲਿਆ ਜਿਹੜਾ ਕੁਛ ਹੋਣਾ ਸੀ। ਸਾਡੇ ਵਾਲੇ ਸ਼ੇਰ ਨੇ ਕਹਿੰਦੇ ਕੱਲੇ ਨੇ ਕੁਛ ਮੁੱਠੀ ਭਰ ਸਿੰਘਾਂ ਨੇ ਜੇ 2200 ਦਾ ਟਾਕਰਾ ਕੀਤਾ। ਹੁਣ ਆਪਾਂ ਤਾਂ ਤਿਆਰੀ ਨਾਲੇ ਜਾਂਦੇ ਹਾਂ। ਮੁੰਡੇ ਇਕੱਠੇ ਹੋ ਗਏ ਗੱਭਰੂ, ਬੀਬੀਆਂ ਨੇ ਸਾਥ ਦਿੱਤਾ। ਹੁਣ ਤੁਸੀਂ ਕਹੋਗੇ ਹਰ ਵਾਰੀ ਬੀਬੀਆਂ ਦੀ ਗੱਲ ਕਰ ਦਿੰਦੇ ਵੀ ਉਹ ਕਿੱਥੇ ਸਾਥ ਦਿੱਤਾ। ਆ ਜਾਓ ਇਹ ਵੀ ਤੁਹਾਨੂੰ ਹੁਣ ਪੂਰਾ ਦੱਸ ਦਈਏ ਵੀ ਕਿੱਥੇ ਕਿਵੇਂ ਸਾਥ ਦਿੱਤਾ। ਪਹਿਲਾਂ ਤਾਂ ਸਿੰਘਾਂ ਨੇ ਸ਼ੁਰੂ ਕਰਤੀ ਲੁੱਟਮਾਰ। ਮੇਨ ਜਰਨੈਲੀ ਸੜਕ ਦੇ ਆਲੇ ਦੁਆਲੇ 100 50 200 500 ਦੇ ਜਥੇ ਬਣਾ ਲਏ। ਸੜਕ ਦੇ ਨੇੜੇ ਰਹਿੰਦੇ। ਜਿਹੜਾ ਖਜ਼ਾਨਾ ਸ਼ਾਹੀ ਖਜ਼ਾਨਾ ਮੁਲਤਾਨ ਤੋਂ ਦਿੱਲੀ ਨੂੰ ਜਾ ਰਿਹਾ ਸੀ, ਸਿੰਘਾਂ ਨੇ ਮਾਰ ਕੇ ਛਾਪਾ ਸਾਰਾ ਖਜ਼ਾਨਾ ਲੁੱਟ ਲਿਆ। ਦੂਜਾ ਲਾਹੌਰ ਨੂੰ ਜਾ ਰਿਹਾ ਸੀ, ਬਾਬਾ ਬੁੱਢਾ ਸਿੰਘ ਬਾਗ ਸਿੰਘ ਹੋਰਾਂ ਨੇ ਉਹ ਲੁੱਟ ਲਿਆ। ਚਵਿੰਡੇ ਦੇ ਸਿੰਘਾਂ ਨੂੰ ਪਤਾ ਲੱਗਿਆ ਵੀ ਲਾਹੌਰ ਦਾ ਖਜ਼ਾਨਾ ਜਾ ਰਿਹਾ। ਚਵਿੰਡੇ ਦੇ ਸਿੰਘਾਂ ਨੇ ਹੱਥ ਪਾ ਲਿਆ, ਉਹ ਖਜ਼ਾਨਾ ਲੁੱਟ ਲਿਆ। ਮੁਰਤਜ਼ਾ ਖਾਨ ਘੋੜਿਆਂ ਦਾ ਵੱਡਾ ਸੁਦਾਗਰ ਸੀ ਤੇ ਬਹੁਤ ਸਾਰੇ ਘੋੜੇ ਲੈ ਕੇ ਦਿੱਲੀ ਨੂੰ ਜਾ ਰਿਹਾ ਸੀ। ਛਾਪਾ ਮਾਰਿਆ ਬਾਗ ਸਿੰਘ ਹੋਰਾਂ ਨੇ, ਉਹਦੇ ਤੋਂ ਘੋੜੇ ਖੋਲੇ। ਇੱਕ ਹੋਰ ਸੁਦਾਗਰ ਕੋਈ ਜਾ ਰਿਹਾ ਸੀ, ਉਹਨੂੰ ਅਟੈਕ ਕਰਕੇ ਲੁੱਟ ਲਿਆ। ਤਾਂ ਬਾਅਦ 'ਚ ਪਤਾ ਲੱਗਿਆ ਵੀ ਇਹ ਸੁਦਾਗਰ ਹਿੰਦੂ, ਸ਼ਾਇਦ ਰਤਨ ਚੰਦ ਉਹਦਾ ਨਾਮ ਸੀ, ਉਹ ਹੈ। ਤੇ ਪਤਾ ਲੱਗਿਆ ਵੀ ਇਹ ਤਾਂ ਪਰਸਨਲੀ ਆਪਦਾ ਬਿਜ਼ਨਸ ਕਰਦਾ, ਇਹਦਾ ਸਰਕਾਰ ਨਾਲ ਕੋਈ ਸੰਬੰਧ ਨਹੀਂ, ਗਲਤ ਲੁੱਟਿਆ ਗਿਆ। ਸਿੰਘਾਂ ਨੇ ਘਰੇ ਜਾ ਕੇ ਜੋ ਵੀ ਉਹਦਾ ਸਮਾਨ ਲੁੱਟਿਆ ਸੀ ਉਹਨੂੰ ਦਿੱਤਾ ਤੇ ਮਾਫੀ ਮੰਗ ਕੇ ਆਏ। ਇਹ ਸੋਚਣ ਵਾਲੀ ਗੱਲ ਹੈ। ਉਹਨਾਂ ਟਾਈਮਾਂ 'ਚ ਵੀ ਆਪਣਾ ਕਿਰਦਾਰ ਨਹੀਂ ਥੱਲੇ ਆਉਣ ਦਿੱਤਾ, ਤਾਂ ਹੀ ਆਮ ਆਵਾਮ ਪਿਆਰ ਕਰਦੀ ਸੀ। ਸੋ ਉਹਦੇ ਘੋੜੇ ਵਾਪਸ ਕੀਤੇ ਤੇ ਉਹਦੇ ਕੋਲੇ ਜੋ ਵੀ ਖਜ਼ਾਨਾ ਸੀ ਉਹਦਾ ਵਾਪਸ ਕੀਤਾ, ਨਾਲ ਮਾਫੀਨਾਮਾ ਵੀ ਕੀਤਾ ਕਿ ਸਾਡੇ ਕੋਲੋਂ ਭੁਲੇਖੇ 'ਚ ਇਹ ਕੰਮ ਹੋ ਗਿਆ, ਸਾਨੂੰ ਇਹ ਸੀ ਕਿ ਤੁਸੀਂ ਮੁਗਲਾਂ ਦੇ ਨਾਲ ਹੋ। ਇਹ ਉਸ ਵੇਲੇ ਇਹ ਲੜਾਈਆਂ ਚੱਲਦੀਆਂ ਰਹੀਆਂ। ਉਧਰੋਂ ਜ਼ਕਰੀਆ ਖਾਨ ਨੇ ਸਖਤ ਹਦਾਇਤ ਦੇਤੀ ਵੀ ਜਿਹੜਾ ਬੰਦਾ ਸਿੱਖਾਂ ਦੀ 10 ਪਾਊ 10 ਰੁਪਏ ਇਨਾਮ, ਜਿਹੜਾ ਸਿੱਖ ਦਾ ਸਿਰ ਵੱਢ ਕੇ ਲਿਆਊ 25 ਰੁਪਏ ਇਨਾਮ, ਜਿਹੜਾ ਜਿਉਂਦਾ ਸਿੱਖ ਫੜ ਕੇ ਲਿਆਊ ਉਹਨੂੰ 80 ਰੁਪਏ ਤੋਂ 100 ਰੁਪਏ ਇਨਾਮ, ਤੇ ਜਿਹੜਾ ਵੱਡੀ ਸੇਵਾ ਕਰੂ ਭਾਵ ਜ਼ਿਆਦਾ ਕੰਮ ਕਰੂਗਾ ਸਿੱਖਾਂ ਦੇ ਖਿਲਾਫ ਉਹਨੂੰ ਗੁਜ਼ਾਰੇ ਲਈ ਜਗੀਰ ਵੀ ਦਿੱਤੀ ਜਾਊਗੀ। ਹੁਣ ਜਦੋਂ ਇਹ ਲਾਲਚ ਆ ਗਿਆ ਬਾਈ
ਤਾਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ। ਪਿੰਡਾਂ ਦੇ ਪਿੰਡ ਉੱਠ ਕੇ ਪੈ ਗਏ। ਜਿਹੜੇ 4 ਮਸਟੰਡੇ ਇਕੱਠੇ ਹੁੰਦੇ ਉਹ ਕਹਿੰਦੇ ਯਾਰ 2 ਪੈਸੇ ਚਾਹੀਦੇ ਨੇ। ਪੈਸੇ ਕਿਉਂਕਿ ਉਦੋਂ ਉਸ ਵੇਲੇ ਗਰੀਬੀ ਬਹੁਤ ਹੁੰਦੀ ਸੀ, ਪੈਸਾ ਨਹੀਂ ਸੀ ਕਿਸੇ ਕੋਲੇ ਹੁੰਦਾ। ਉਹ ਇਕੱਠੇ ਹੁੰਦੇ ਮੁੰਡੇ, ਕਹਿੰਦੇ ਚਲੋ ਕੋਈ ਸਿੱਖ ਮਾਰ ਲਿਆਉਂਦੇ ਆ। ਸ਼ਿਕਾਰ ਖੇਡਣ ਚੜ੍ਹਨ ਲੱਗ ਗਏ, ਸਿੱਖਾਂ ਦਾ ਸ਼ਿਕਾਰ ਖੇਡਣ। ਉੱਧਰੋਂ ਸਿੱਖਾਂ ਨੇ ਵੀ ਤੇਗਾਂ ਲਿਸ਼ਕਾ ਲਈਆਂ, ਘਰ-ਬਾਰ ਛੱਡ ਕੇ ਜੰਗਲਾਂ ਨੂੰ ਲੰਘ ਗਏ, ਬੀਕਾਨੇਰ ਨੂੰ, ਪਹਾੜਾਂ ਨੂੰ। ਪੰਜਾਬ ਦੇ ਵਿੱਚੋਂ ਮਾਝਾ, ਮਾਲਵੇ, ਦੁਆਬੇ 'ਚ ਆਮ ਤੌਰ 'ਤੇ ਸਿੱਖ ਦਿਖਣਾ ਮੁੱਕਿਆ। ਮਾਝਾ ਤਾਂ ਬਿਲਕੁਲ ਸਫਾਇਆ ਕਰਤਾ, ਉੱਥੇ ਆਮ ਤੌਰ 'ਤੇ ਸਿੱਖਾਂ ਦੇ ਦਰਸ਼ਨ ਦੁਰਲੱਭ ਹੋ ਗਏ, ਪਰ ਨਾਲ ਨਾਲ ਉਹ ਦਰਸ਼ਨ ਦਿਵਾਉਂਦੇ ਵੀ ਰਹਿੰਦੇ। ਅਤੇ ਉੱਧਰੋਂ ਮੈਂ ਤੁਹਾਨੂੰ ਦੱਸਿਆ ਚਵਿੰਡੇ ਦੇ ਵਿੱਚ, ਚਵਿੰਡੇ ਦੇ ਸਿੰਘ ਬਹਾਦਰ ਸਿੰਘ ਨੇ ਸ਼ਾਹੀ ਖਜ਼ਾਨਾ ਲੁੱਟਿਆ ਸੀ, ਤੇ 2 ਰੁਪਈਏ ਹੱਥ 'ਚ ਹੈਗੇ ਤੇ ਉਹਨੇ ਕੀ ਕੀਤਾ, ਮੁੰਡੇ ਦਾ ਵਿਆਹ ਰੱਖ ਲਿਆ। ਸੋ ਮੁੰਡੇ ਦਾ ਵਿਆਹ ਰੱਖਿਆ, ਕਿਉਂਕਿ ਇਹ ਤਾਂ ਹੁਣ ਇੱਥੋਂ ਇਹ ਵੀ ਪਤਾ ਲੱਗਦਾ ਬਰਾਤ ਦੇ ਨਾਲ ਹਥਿਆਰ ਲੈ ਕੇ ਜਾਣੇ, ਜਿਹੜਾ ਮੁੰਡੇ ਨੂੰ ਕਿਰਪਾਨ ਫੜਾਉਣੀ ਔਰ ਇਕੱਠਾ ਹੋ ਕੇ ਜਾਣ ਦਾ। ਮੈਨੂੰ ਲੱਗਦਾ ਕੁਛ ਰੁਝਾਨ ਦਾ ਕਾਰਨ ਇਹ ਵੀ ਸੀ ਬਰਾਤ ਦਾ, ਕਿ ਉਹਨਾਂ ਵੇਲਿਆਂ 'ਚ ਬਰਾਤਾਂ ਨੂੰ ਆਮ ਤੌਰ 'ਤੇ ਡਾਕੂ ਤੇ ਲੁਟੇਰੇ ਲੁੱਟ ਲਾਉਂਦੇ ਸੀ, ਇਹ ਹਿਫਾਜ਼ਤ ਲਈ ਜਾਂਦੇ ਸੀ, ਅਤੇ ਸਿੰਘਾਂ ਦੇ ਤਾਂ ਵੈਸੇ ਸਿਰਾਂ ਦੇ ਮੁੱਲ ਪਏ ਨੇ। ਸੋ ਉਸ ਇਲਾਕੇ ਦੇ ਸਾਰੇ ਜਿਹੜੇ ਸਿੱਖ ਸੀ, ਖਾਸ ਕਰ ਉਸ ਪਿੰਡ ਦੇ ਜਾਂ ਨੇੜੇ ਤੇੜੇ ਦੇ ਪਿੰਡਾਂ ਦੇ, ਉਹ ਬਰਾਤ ਦੇ ਨਾਲ ਗਏ ਨੇ। ਇੱਕ ਤਾਂ ਖੁਸ਼ੀਆਂ ਦਾ ਮਾਹੌਲ ਮਸਾਂ ਮਿਲਦਾ ਸੀ ਸਾਰਾ ਦਿਨ, ਤਾਂ ਐਂ ਸਮਝ ਲਓ ਖੰਡਿਆਂ ਦੀਆਂ ਧਾਰਾਂ 'ਤੇ ਖੇਡਦੇ ਸੀ ਵੀ ਚਲੋ ਕੁਛ ਟਾਈਮ ਇੰਜੋਏ ਕਰੀਏ, ਫਨ ਕਰੀਏ, ਵਿਆਹ ਹੈ, ਸ਼ਾਦੀ ਹੈ, ਘੁੰਮਾਂਗੇ ਫਿਰਾਂਗੇ। ਕੁਛ ਟਾਈਮ ਲਈ ਬੰਦਾ ਗਮ ਨੂੰ ਭੁੱਲਦਾ, ਕਿਉਂਕਿ ਕਿਸੇ ਦਾ ਕੋਈ ਨਾ ਕੋਈ ਰਿਸ਼ਤੇਦਾਰ ਤਾਂ ਆਮ ਤੌਰ 'ਤੇ ਸ਼ਹੀਦ ਹੋਈ ਹੁੰਦਾ ਸੀ। ਸੋ ਉਹ ਬਰਾਤ ਦੇ ਨਾਲ ਗਏ। ਉਸੇ ਵੇਲੇ ਕੁਦਰਤੀ ਕਿ ਨੇੜੇ ਦੇ ਪਿੰਡ 'ਚ ਚੌਧਰੀਆਂ ਦੀ ਡਾਰ ਉਤਰੀ ਹੋਈ ਸੀ, ਉਸ ਏਰੀਏ 'ਤੇ ਹਾਕਮ ਫੌਜ ਲੈ ਕੇ ਆਏ ਹੋਏ ਤੇ, ਤਾਂ ਚੁਗਲ ਨੇ ਜਾ ਕੇ ਚੁਗਲੀ ਕਰਤੀ। ਸ਼ਾਇਰ ਲਿਖਦਾ, ਕਹਿੰਦਾ ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ, ਅੰਤ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਕੱਚੇ ਕੋਠੇ ਨੂੰ ਜੇਕਰ ਲਿੰਬੀਏ ਨਾ, ਅੰਤ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ। ਕਿਸੇ ਰੁੱਸੇ ਨੂੰ ਜੇਕਰ ਮਨਾਈਏ ਨਾ, ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ। ਲੱਗੀ ਦਿਲਾਂ ਦੀ ਬੁੱਝਣੀ ਬੜੀ ਔਖੀ, ਤੇ ਹੰਝੂ ਵਹਿੰਦਿਆਂ ਵਹਿੰਦਿਆਂ ਵਹਿ ਜਾਂਦੇ। ਚੁਗਲ ਚੁਗਲੀਓਂ ਕਦੇ ਨਹੀਂ ਬਾਜ ਆਉਂਦੇ, ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ। ਸਹਿਣੇ ਜ਼ੁਲਮ ਗੁਲਾਮੀ ਦੇ ਬੜੇ ਔਖੇ, ਪਰ ਲੋਕੀ ਸਹਿੰਦਿਆਂ ਸਹਿੰਦਿਆਂ ਸਹਿ ਜਾਂਦੇ। ਜ਼ੁਲਮ ਬਹੁਤ ਔਖਾ ਸਹਿਣ ਦਾ। ਚੁਗਲ ਨੇ ਆਪਣਾ ਕੰਮ ਕਰਤਾ, ਦੱਸਤਾ ਜਾ ਕੇ, ਕਹਿੰਦਾ ਜੀ ਆਹ ਹੋਈ ਬਹਾਦਰ ਸਿੰਘ ਜਿਹਨੇ ਲਾਹੌਰ ਦਾ ਸ਼ਾਹੀ ਖਜ਼ਾਨਾ ਲੁੱਟਿਆ ਸੀ, ਉਹਦੇ ਮੁੰਡੇ ਦਾ ਵਿਆਹ ਹੈ, ਸਾਰੇ ਸਿੰਘ ਉੱਧਰ ਗਏ ਹੋਏ ਨੇ, ਜਨਾਨੀਆਂ ਨੇ ਘਰੇ ਇਕੱਲੀਆਂ। ਜੇ ਇਸ ਵੇਲੇ ਹੱਲਾ ਕਰੂੰ ਤਾਂ ਬਹੁਤ ਕੁਛ ਹੱਥ ਲੱਗ ਸਕਦਾ ਹੈ, ਇਹੀ ਬੜਾ ਕੁਛ ਹੱਥ ਲੱਗ ਸਕਦਾ ਹੈ। ਚਾਅ ਚੜ੍ਹ ਗਿਆ ਉਹਨਾਂ ਨੂੰ ਤਾਂ, ਕਿਉਂਕਿ ਸਿੰਘਾਂ ਤੋਂ ਤਾਂ ਦਹਿਸ਼ਤ ਤਾਂ ਹੈਗੀ ਤੀ ਨਾ, ਪਤਾ ਹੈ ਵੀ ਜਿਹੜਾ ਤਲੀ 'ਤੇ ਰੱਖੀ ਫਿਰਦਾ ਐਂ ਤਾਂ ਹੈ ਨਹੀਂ ਵੀ ਉਹੀ ਮਾਰ ਲਾਂਗੇ ਜਾ ਕੇ। 20-50 ਨੂੰ ਲੈ ਕੇ ਹੀ ਮਰਦਾ ਤੀ, ਤਾਂ ਉਹਨੇ ਸੁਨੇਹਾ ਮਿਲ ਗਿਆ, ਚਾਅ ਚੜ੍ਹ ਗਿਆ। ਚੌਧਰੀ ਜਿਹੜੇ ਬਗਾਰਾਂ 'ਚ ਫੜੇ ਹੋਏ ਤੇ ਜਾਂ ਪਿੰਡਾਂ ਦੀ ਮੰਡੀਰ ਹੀ ਇਕੱਠੀ ਹੋਈ ਤੇ ਉਹਦਾ ਛਾਲਾਂ ਮਾਰੇ, ਤਾਂ ਸੂਬੇਦਾਰ ਨੇ, ਜਿਹੜਾ ਫੌਜਦਾਰ ਨੇ ਉਸ ਵੇਲੇ ਨੇ, ਆਖਿਆ, ਕਹਿੰਦਾ ਖਾਮੋਸ਼, ਰੌਲਾ ਨਹੀਂ ਪਾਉਣਾ, ਚੁੱਪ ਚਪੀਤੇ ਪਿੰਡ 'ਚ ਦਾਖਲ ਹੋਣਾ। ਕਹਿੰਦਾ ਹੁਣ ਦੇਖਿਓ ਅੱਜ ਜਿਹੜੇ ਉਹਨਾਂ ਦੇ ਘਰ ਲੁੱਟਾਂਗੇ, ਉਹ ਤਾਂ ਲੁੱਟਾਂਗੇ, ਜਿਹੜੀਆਂ ਉਹਨਾਂ ਦੀਆਂ ਔਰਤਾਂ ਹੱਥ ਲੱਗਣਗੀਆਂ ਉਹ ਵੱਖਰਾ ਹੈ। ਕਹਿੰਦਾ ਗਾਜ਼ੀਓ, ਅੱਲਾ ਪਾਕ ਨੇ ਤੁਹਾਡੇ 'ਤੇ ਬੜੀ ਰਹਿਮ ਕੀਤੀ ਹੈ। ਆਪਾਂ ਉਡੀਕਦੇ ਸੀ 72 ਹੂਰਾਂ ਜਾ ਕੇ ਮਿਲਣਗੀਆਂ ਜੰਨਤ 'ਚ, ਇੱਥੇ ਹੀ ਸਿੰਘਾਂ ਵਾਲੀਆਂ ਹੂਰਾਂ ਤੁਹਾਡਾ ਉਡੀਕ ਕਰ ਰਹੀਆਂ ਨੇ। ਹੁਣ ਧਿਆਨ ਨਾਲ, ਕਹਿੰਦਾ ਆਵਾਜ਼ ਨਾ ਕੱਢਿਓ, ਮਤੇ ਕੋਈ ਕੂੰਜ ਉੱਡ ਜੇ। ਕੂੰਜਾਂ ਦੀਆਂ ਡਾਰਾਂ ਹੀ ਸਮਝਦੇ ਨੇ ਨਾ। ਆਪਾਂ ਬਸ ਚੁੱਪ ਚਪੀਤੇ ਜਾ ਕੇ ਗਰਦਨੋਂ ਫੜ ਹੀ ਲਿਆਉਣੀਆਂ ਨੇ, ਨਾਲੇ ਖਜ਼ਾਨੇ ਲੈ ਕੇ ਆਵਾਂਗੇ ਬਿਨਾਂ ਕੋਈ ਖੂਨ ਡੋਲੇ, ਤੇ ਨਾਲੇ ਔਰਤਾਂ। ਜੇ ਕਹਿੰਦਾ ਕੋਈ ਖਬਰ ਮਿਲੀ ਹੈ ਕਿ ਪਿੰਡ 'ਚ ਕੋਈ ਬੰਦਾ ਤਾਂ ਹੈ ਨਹੀਂ, ਜੇ ਕੋਈ ਬੁੱਢਾ ਠੇਰਾ ਹੋਇਆ ਵੀ, ਉਹਦੀਆਂ ਦੇਖਿਓ ਕਹਿੰਦਾ ਹਾਲਤ ਕੀ ਕਰਦੇ ਆ। ਉਹ ਪੂਰੀ ਸਕੀਮ ਬਣਾ ਕੇ ਆ ਰਹੇ ਨੇ। ਇੱਧਰੋਂ ਕਿਸੇ ਨੇ ਸਰਦਾਰ ਬਹਾਦਰ ਸਿੰਘ ਦੀ ਸਿੰਘਣੀ ਨੂੰ ਜਾ ਕੇ ਸੁਨੇਹਾ ਦੇ ਦਿੱਤਾ ਕਿ ਭੈਣੇ ਆਹ ਖਬਰ ਆਈ ਹੈ, ਸ਼ੇਰਨੀ ਵਾਂਗੂ ਉੱਠੀ ਹੈ, ਕਜਲੇ ਵਾਲੀਆਂ ਅੱਖਾਂ 'ਚੋਂ ਅੰਗਿਆਰੇ ਨਿਕਲ ਗਏ। ਉਸੇ ਵੇਲੇ ਅੰਦਰ ਗਈ ਤੇ ਵੱਡੀ ਤੇਗ ਚੱਕ ਕੇ ਸਿੰਘਣੀਆਂ ਨੂੰ ਕਹਿ ਭੈਣੋ ਪਤਾ ਲੱਗਿਆ ਕਿ ਦੁਸ਼ਮਣ ਆ ਰਿਹਾ। ਤੇ ਇੱਕ ਗੱਲ ਯਾਦ ਰੱਖਿਓ, ਉਹ ਕੱਲਾ ਸਾਡੇ ਘਰ ਲੁੱਟਣ ਨਹੀਂ ਆ ਰਿਹਾ, ਉਹ ਦੌਲਤ ਲੁੱਟ ਕੇ ਉਹਦਾ ਦਿਲ ਨਹੀਂ ਭਰਨਾ, ਸਾਡੀ ਇੱਜ਼ਤ ਨੂੰ ਹੱਥ ਪਾਉਣਾ। ਹੁਣ ਯਾਦ ਰੱਖਿਓ, ਅੱਜ ਸਾਡੀ ਇੱਜ਼ਤ ਤੇ ਕੌਮ ਦੀ ਇੱਜ਼ਤ ਸਾਡੇ ਹੱਥ ਹੈ। ਹੁਣ ਖੰਡੇ ਚੱਕ ਲਓ। ਤੇ ਨਾਲੇ ਅਸੀਂ ਕਹਿੰਦੀ ਰੋਜ਼ ਫੜਾ ਮਾਰਦੇ ਹਾਂ ਆਪਣੇ ਘਰ ਵਾਲਿਆਂ ਕੋਲੇ ਵੀ ਅਸੀਂ ਵੀ ਘੱਟ ਨਹੀਂ, ਅਸੀਂ ਵੀ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਲੜਦੇ ਹਾਂ ਜਿੱਥੇ ਵੀ ਲੋੜ ਪੈਂਦੀ ਹੈ।
ਪਰ ਕਹਿੰਦੀ ਕਦੇ ਅੱਜ ਤੱਕ ਇਹ ਨਹੀਂ ਹੋਇਆ ਕਿ ਆਪਾਂ ਕੱਲੀਆਂ ਲੜੀਆਂ ਹੋਈਏ। ਫੇਰ ਵੀ ਉਹਨਾਂ ਦੇ ਨਾਲ ਰਹਿ ਕੇ ਤਾਂ ਲੜਦੇ ਆ, ਅੱਗੇ ਪਿੱਛੇ ਹੋ ਕੇ ਲੜਦੇ ਆ, ਪਰ ਕੱਲੀਆਂ ਨੇ ਨਹੀਂ। ਇਹ ਮਹਾਰਾਜ ਗੁਰੂ ਪਾਤਸ਼ਾਹ ਨੇ ਮੌਕਾ ਸਬੱਬ ਦਿੱਤਾ ਹੈ ਆਪਾਂ ਨੂੰ ਅਜੇ ਆਪਣੀ ਤਾਕਤ ਦਿਖਾਉਣ ਦਾ, ਕਿ ਤੁਸੀਂ ਆਪਦੇ ਤੌਰ ਤੇ ਕੀ ਕਰ ਸਕਦੇ ਹੋ। ਰੋਜ਼ ਦਾ ਕਹਿੰਦੀ ਕਹਿਣ ਨਾਲੋਂ ਅੱਜ ਇਤਿਹਾਸ ਸਿਰਜ ਦਿਓ। ਸ਼ੇਰਨੀ ਦੇ ਬੋਲਾਂ ਚੋਂ ਅੱਗ ਵਰਸ ਰਹੀ ਸੀ, ਅੰਦਰ ਜਕਾਰਾ ਗੂੰਜਿਆ। ਸਾਰੀਆਂ ਬੀਬੀਆਂ ਆਪੋ ਆਪਣੇ ਘਰਾਂ ਚੋਂ ਹਥਿਆਰ ਚੱਕ ਲਈਆਂ, ਕਿਉਂਕਿ ਸਾਰਿਆਂ ਦੇ ਘਰਾਂ 'ਚ ਹਥਿਆਰ ਸੀ, ਤੀਰਾਂ, ਬੰਦੂਕਾਂ, ਸਭ ਨੂੰ ਟ੍ਰੇਨਿੰਗ ਮਿਲੀ ਹੋਈ ਸੀ, ਕਿਉਂਕਿ ਉਸ ਵੇਲੇ ਬੱਚਾ ਟ੍ਰੇਨਿੰਗ ਲੈਂਦਾ ਸੀ। ਸਭ ਨੇ ਭਰ ਲੀਆਂ ਤੇ ਬੀਬੀ ਨੇ ਕਮਾਂਡ ਸਾਂਭ ਲਈ। ਸਰਦਾਰ ਬਹਾਦਰ ਸਿੰਘ ਦੀ ਸਿੰਘਣੀ ਨੇ ਜਥੇਦਾਰੀ ਦੀ ਤੌਰ ਤੇ ਕਮਾਂਡ ਸਾਂਭ ਕੇ ਸਾਰਿਆਂ ਨੂੰ ਕਹਿਤਾ ਕਿ 20 ਦੇ ਜਥੇ ਬਣਾ ਲਓ ਤੇ ਆਪੋ ਆਪਣੀ ਲੀਡਰ ਚੁਣ ਲਓ। ਇੰਨਾ ਟਾਈਮ ਨਹੀਂ ਹੁਣ ਹੈਗਾ ਕਿ ਮੈਂ ਚੁਣਾ, ਛੇਤੀ ਤੇ ਛੇਤੀ ਆਪੋ ਆਪਣੀ ਲੀਡਰ ਚੁਣੋ, 20 ਦੇ ਜਥੇ ਬਣਾਓ, ਬਾਲ ਬੱਚੇ ਮੇਰੇ ਘਰੇ ਇਕੱਠੇ ਕਰ ਦਿਓ ਸਾਰੇ। ਉਹ ਸਾਰੇ ਦੇ ਸਾਰੇ ਉਹਨਾਂ ਦੇ ਘਰੇ ਇਕੱਠੇ ਕਰਤੇ, ਉਹਨਾਂ ਦੀ ਰਾਖੀ ਲਈ ਇੱਕ ਵੱਡਾ ਜਥਾ ਨਿਯਤ ਕਰਤਾ, ਤੇ ਜੇ ਕੋਈ ਬਜ਼ੁਰਗ ਸੀ ਉਹਨੂੰ ਵੀ ਉੱਥੇ ਕਿਹਾ। ਆਪਦਾ ਜਿਹੜਾ ਜਥਾ ਸੀ ਬੀਬੀ ਬਹਾਦਰ ਸਿੰਘ ਦੀ ਸਿੰਘਣੀ ਦਾ, ਉਹਨੇ ਰਾਖਵਾਂ ਰੱਖ ਲਿਆ। ਤੇ ਉਹ ਕਹਿੰਦੀ ਦੁਸ਼ਮਣ 20 ਵਿੱਚ ਦੀ ਦਾਖਲ ਹੋਣਗੇ, ਤੇ ਮੈਨੂੰ ਇਹ ਪਤਾ ਉਹ ਇੱਕ ਗਲੀ ਵਿੱਚ ਦੀ ਦਾਖਲ ਹੋਣਗੇ, ਖਿੰਡ ਕੇ ਦਾਖਲ ਹੋਣਗੇ, ਤਾਂ ਕਿ ਸਾਰੇ ਪਾਸਿਓਂ ਘੇਰਾ ਪਾਇਆ ਜਾਵੇ। ਇੱਕ ਗਲੀ ਦਾ ਅਰਕਾ ਰੋਕ ਲਓ, ਅੰਦਰ ਖੜ੍ਹ ਜਾਓ। ਜਦੋਂ ਦੁਸ਼ਮਣ ਅੰਦਰ ਵੜੂ, ਮੇਰਾ ਜਦੋਂ ਇਸ਼ਾਰਾ ਆਊ ਉਸ ਵੇਲੇ ਅਟੈਕ ਕਰਨਾ, ਉਦੋਂ ਪਹਿਲਾਂ ਨਹੀਂ। ਤੇ ਦੁਸ਼ਮਣ ਦੱਬੇ ਪੈਰ ਅੱਗੇ ਆ ਰਿਹਾ ਕਿ ਖੜਕਾ ਨਾ ਹੋ ਜੇ। ਤੇ ਉਹਨੂੰ ਇਹ ਨਹੀਂ ਪਤਾ ਕਿ ਅਣਜਾਣ ਸ਼ਿਕਾਰੀਓ ਸ਼ੇਰਨੀਆਂ ਦੇ ਖੁੱਡ 'ਚ ਹੱਥ ਪਾਉਣ ਚੱਲੇ ਹੋ। ਉੱਧਰ ਉਹ ਤਾਕ 'ਚ ਬੈਠੀਆਂ ਨੇ ਤੇ ਦੁਸ਼ਮਣ ਮਲੱਕੇ ਆ ਰਿਹਾ ਵੀ ਸ਼ਾਇਦ ਕੋਈ ਖੰਗਣ ਵਾਲਾ ਤਾਂ ਹੈ ਹੀ ਨਹੀਂ। ਤੇ ਜਿਹੜੇ ਗਾਜ਼ੀ ਆਪਦੇ ਆਪ ਨੂੰ ਕਹਾਉਂਦੇ ਤਾਜੇ ਰਲੇ ਤੇ ਨਾਲ, ਉਹ ਮੂਹਰੇ ਆ ਰਹੇ ਤੇ ਵੀ ਅਸੀਂ ਪਿੱਛੇ ਨਾ ਰਹਿ ਜਾਈਏ ਕਿਤੇ। ਜਦੋਂ ਅੰਦਰ ਪਿੰਡ ਦੀਆਂ ਗਲੀਆਂ 'ਚ ਦਾਖਲ ਹੋਏ ਤਾਂ ਜੋ ਉਹਨਾਂ ਨੇ ਰੱਖਿਆ ਹੋਇਆ ਸੀ ਸਿਗਨਲ, ਕਿਉਂਕਿ ਮੇਰੇ ਖਿਆਲ ਦੇ ਵਿੱਚ ਉਹਨਾਂ ਵੇਲੇ ਜੋ ਸਿਗਨਲ ਸੀ ਨਾ, ਮੈਂ ਪੁਰਾਣੀਆਂ ਕਈ ਫਿਲਮਾਂ 'ਚ ਦੇਖਿਆ, ਖਾਸ ਕਰ ਬਾਹਰਲੀਆਂ ਜਿਹੜੀਆਂ ਫਿਲਮਾਂ ਨੇ, ਉਹ ਪੰਛੀਆਂ ਦੀਆਂ ਆਵਾਜ਼ਾਂ ਕੱਢ ਕੇ ਸਿਗਨਲ ਦਿੰਦੇ ਸੀ। ਰੈਂਬੋ ਦੀ ਮੈਂ ਫਿਲਮ ਦੇਖੀ ਸੀ, ਉਹ 'ਚੋਂ ਪੰਛੀਆਂ ਦੀਆਂ ਆਵਾਜ਼ਾਂ ਨਾਲ ਸਿਗਨਲ ਹੁੰਦੇ ਸੀ ਤਾਂ ਕਿ ਲੱਗੇ ਕਿ ਪੰਛੀ ਬੋਲਦਾ, ਪਰ ਉਹ ਇੱਕ ਦੂਜੇ ਨੂੰ ਸੁਨੇਹਾ ਪਹੁੰਚਾਉਣ ਦਾ ਢੰਗ ਹੁੰਦਾ ਸੀ। ਸੋ ਉਹ ਕਿਸੇ ਨਾ ਕਿਸੇ ਸਿਗਨਲ ਦਿੱਤਾ ਉਹਨੇ, ਤੇ ਇੱਕਦਮ ਸ਼ੇਰਨੀਆਂ ਨੇ ਗੋਲੀਆਂ ਦੀ ਬਾਛੜ ਕੀਤੀ ਤੇ ਮੋਰਲੀਆਂ ਜਿਹੜੇ ਪਿੰਡ ਦੇ ਗਲੀ 'ਚ ਦਾਖਲ ਹੋਏ ਤੇ ਸਾਰੇ ਲਟਾ ਲਏ। ਉਸ ਤੋਂ ਬਾਅਦ ਤੀਰ ਚੱਕ ਲਏ, ਗਾਜੀ ਪਿੱਛੇ ਨੂੰ ਮੂੰਹ ਕਰੀ ਜਾਣ ਤੇ ਪਿੱਛੋਂ ਤੀਰਾਂ ਦੀ ਬਾਛੜ। ਜਦੋਂ ਨੱਸ ਕੇ ਗਏ ਮੂਹਰੋਂ, ਉਹਨਾਂ ਦਾ ਜਿਹੜਾ ਜਰਨੈਲ ਸੀ ਉਹ ਕਹਿੰਦਾ ਸ਼ਰਮ ਤਾਂ ਨਹੀਂ ਆਉਂਦੀ ਓਏ। ਉਹ ਕਹਿੰਦੇ ਜੀ ਸਿੰਘ ਨੇ ਅੰਦਰ, ਤਾਂ ਕਹਿੰਦਾ ਸਿੰਘ ਆ ਗਏ। ਗੌਰ ਕੀਤੀ, ਪਤਾ ਕੀਤਾ, ਧਿਆਨ ਨਾਲ ਦੇਖਿਆ, ਕਹਿੰਦਾ ਨਹੀਂ ਸਿੰਘ ਨਹੀਂ, ਉਹ ਸਿੰਘਣੀਆਂ ਹੀ ਨੇ। ਉਹ ਸ਼ਰਮ ਕਰੋ, ਔਰਤਾਂ ਤੋਂ ਮਾਰ ਖਾ ਕੇ ਭੱਜੇ ਆ ਰਹੇ ਹੋ, ਸ਼ਰਮ ਤਾਂ ਨਹੀਂ ਕਹਿੰਦਾ ਆਉਂਦੀ ਤੁਹਾਨੂੰ। ਘਰੇ ਜਾ ਕੇ ਹੁਣ ਐਂ ਕਰਿਓ, ਆਪਦੀਆਂ ਨਾਰਾਂ ਨੂੰ ਬਹਾਦਰੀ ਦੀਆਂ ਟਾਰਾਂ ਮਾਰਿਓ ਜਾ ਕੇ, ਵੀ ਜਨਾਨੀਆਂ ਤੋਂ ਮਾਰ ਖਾ ਕੇ ਆ ਗਏ। ਹੁਣ ਚੂੜੀਆਂ ਪਾ ਲਿਓ, ਬੁਰਕੇ ਪਾ ਕੇ ਬਹਿ ਜਾਓ ਘਰੇ, ਹੋਰ ਕਾਸੇ ਜੋਗੇ ਤਾਂ ਹੈ ਨਹੀਂ ਤੁਸੀਂ। ਇਹ ਮਿਹਣੇ ਦਿੱਤੇ, ਤਾਨੇ ਦਿੱਤੇ, ਉਹ ਫੇਰ ਮੋੜੇ ਉਹਨੇ। ਦੂਜੀ ਵਾਰੀ ਤਕੜੇ ਹੋ ਕੇ ਤੇ ਮਨ 'ਚ ਇਹ ਪੈਦਾ ਹੋ ਗਿਆ ਵੀ ਜਨਾਨੀਆਂ ਨੇ ਹੋਰ ਦਲੇਰੀ ਨਾਲ ਤੇ ਤਕੜੇ ਹੋ ਕੇ ਟਾਕਰਾ ਕੀਤਾ। ਤੇ ਇੱਧਰੋਂ ਸਰਦਾਰਨੀ ਚਵਿੰਡੇ ਦੀ ਸਿੰਘਣੀ ਨੇ ਲਲਕਾਰ ਕੇ ਆਖਿਆ ਸੀ, ਭੈਣੋ ਬੰਦੂਕਾਂ ਭਰਨ ਨੂੰ ਬਹੁਤਾ ਸਮਾਂ ਨਾ ਹੁਣ ਲਾਇਓ, ਕਿਉਂਕਿ ਉਹਨਾਂ ਵੇਲੇ 'ਚ ਤੋੜੇਦਾਰ ਬੰਦੂਕਾਂ ਹੁੰਦੀਆਂ ਸੀ, ਇਹਨੂੰ ਟਾਈਮ ਲੱਗਦਾ ਸੀ ਭਰਨ 'ਚ, ਬਰੂਦ ਪੈਂਦਾ ਸੀ। ਕਹਿੰਦੀ ਹੁਣ ਬੰਦੂਕਾਂ ਭਰਨ 'ਚ ਬਹੁਤਾ ਟਾਈਮ ਨਹੀਂ ਲਾਉਣਾ, ਉਹਨਾਂ ਚਿਰ ਗੋਲੀਆਂ ਤੀਰ ਚਲਾਉਣੇ ਨੇ ਜਿੰਨਾ ਚਿਰ ਦੁਸ਼ਮਣ ਦੂਰ ਹੈ। ਜਦੋਂ ਨੇੜੇ ਆ ਗਿਆ ਸੱਟ ਦਿਓ ਬਸ, ਇਹਨਾਂ ਨੂੰ ਤੇਗਾਂ ਚੱਕ ਲਿਓ, ਫਿਰ ਦੂਜੇ ਲੋਟੇ ਹੱਥ ਦੇਖਣੇ ਨੇ। ਤੇ ਸ਼ੇਰਨੀਆਂ ਨੇ ਉਹੀ ਹੁਕਮ ਮੰਨਿਆ। ਤੇ ਜਦੋਂ ਦੁਸ਼ਮਣ ਅੱਗੇ ਆਇਆ, ਜਿੰਨਾ ਚਿਰ ਤੀਰਾਂ ਤੇ ਗੋਲੀਆਂ ਦਾ ਮੀਂਹ ਵਰਿਆ, ਜਦੋਂ ਅੰਦਰ ਦਾਖਲ ਹੋ ਗਏ ਤੇਗੀ ਧੂਕੇ ਪੈ ਗਈਆਂ। ਬਈ ਕਮਾਲ ਦੀ ਜੁਰਤ ਔਰ ਦਲੇਰੀ, ਫੌਜ ਟ੍ਰੇਨਡ, ਸਮੇਂ ਦੇ ਹਾਕਮ ਦੀ, ਤੇ ਸਿਰਫ ਔਰ ਸਿਰਫ ਬੀਬੀਆਂ। ਉਹ ਤੇਗ ਬਾਹੀ, ਲਹੂ ਮਿੱਝਦਾ ਘਾਣ ਹੋ ਗਿਆ, ਵਿਛਾ ਕੇ ਰੱਖਤੇ। ਉਹਨੇ ਸ਼ੇਰਨੀ ਨੇ ਫੇਰ ਆਖਿਆ, ਭੈਣੋ, ਕਿਉਂਕਿ ਦੁਸ਼ਮਣ ਇੱਕਦਮ ਥੋੜ੍ਹਾ ਪਿੱਛੇ ਹਟਿਆ, ਫੇਰ ਨਵੇਂ ਸਿਰੋਂ ਤਰਤੀਬ ਦੇਣ ਲਈ ਉਹਨੇ ਇੱਕੋ ਗੱਲ ਕਹੀ ਸੀ, ਭੈਣੋ ਗੋਲੀਆਂ ਦਾ ਖੜਕਾ ਚੱਲ ਲੱਗ ਪਿਆ। ਇਹ ਗੋਲੀਆਂ ਦਾ ਖੜਕਾ ਸੁਣ ਕੇ ਕੋਈ ਨਾ ਕੋਈ ਸਿੰਘਾਂ ਦਾ ਜਥਾ ਕਿਸੇ ਪਾਸੇ ਹੁਣੇ ਪਹੁੰਚ ਸਕਦਾ ਹੈ ਆਪਣੀ ਮਦਦ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਕਿਤੇ ਨਾ ਕਿਤੇ ਕੁਛ ਹੋ ਰਿਹਾ, ਕਿਉਂਕਿ ਲੜਾਈ ਤਾਂ ਆਪਣੀ ਹੋਣੀ ਹੈ, ਸਿੰਘਾਂ ਦੀ ਹੁੰਦੀ ਹੈ। ਉਹਨਾਂ ਦੇ ਜਥੇ ਦੀ ਮਦਦ ਪਹੁੰਚਣ ਤੋਂ ਪਹਿਲਾਂ ਫੈਸਲਾ ਕਰਨਾ, ਲੜਾਈ ਦਾ ਸਵਾਦ ਤਾਂ ਆਊ, ਉਹਨਾਂ ਤੋਂ ਪਹਿਲਾਂ ਹੀ ਨਿਬੇੜਨਾ ਕੰਮ। ਕਿ ਉਹਨਾਂ ਦੇ ਆਏ ਤੋਂ ਨਿਬੇੜਿਆ ਫਿਰ ਕੀ ਨਿਬੇੜਿਆ, ਪਹਿਲਾਂ ਨਿਬੇੜੋ। ਆਹ ਦਲੇਰੀ, ਆਹ ਜੁਰਤ ਕਿਤੇ ਉਹੀ ਮਿਲ ਜਾਂਦੀ ਹੈ ਅੰਦਰੋਂ, ਕਿਤੇ ਉਹੀ ਇਹ ਭਾਵਨਾ ਪੈਦਾ ਹੋ ਜਾਂਦੀ ਹੈ। ਯਾਰ ਸੋਚਣ ਵਾਲੀ ਗੱਲ ਹੈ। ਕਿੱਥੇ ਤਾਂ ਬੰਦਾ ਸੋਚਦਾ ਵੀ ਮੈਨੂੰ ਮਦਦ ਮਿਲ ਜੇ, ਕਿੱਥੇ ਅਸੀਂ ਸੋਚ ਰਹੇ ਨੇ ਵੀ ਮਦਦ ਆਉਣ ਤੋਂ ਪਹਿਲਾਂ ਨਿਬੇੜਾ ਕਰਨਾ। ਤੇ ਜਦੋਂ ਉਹ ਆਏ, ਇਹਨੂੰ ਇੱਕ ਨਵੀਂ
ਤਰਕੀਬ ਹੋਰ ਸੁੱਝੀ, ਕਿਉਂਕਿ ਆਪਣੇ ਘਰ ਵਾਲੇ ਨਾਲ ਦੇਖਦੀ ਰਹਿੰਦੀ ਸੀ, ਸੁਣਦੀ ਰਹਿੰਦੀ ਸੀ, ਜੰਗਾਂ ਜਾਂਦੀਆਂ ਰਹਿੰਦੀ, ਪੈਂਤੜੇ ਆਉਂਦੇ ਤੇ ਲੜਾਈ ਦੇ। ਇੱਕ ਬੀਹੀ ਦੇ ਵਿੱਚੋਂ, ਬੀਹੀ ਜਿਹਨੂੰ ਆਪਾਂ ਗਲੀਆਂ ਕਹਿ ਦਿੰਦੇ ਹਾਂ, ਇੱਕ ਬੀਹੀ ਦੇ ਵਿੱਚੋਂ ਇਹਨੇ ਬੀਬੀਆਂ ਨੂੰ ਕਹਿਤਾ ਕਿ ਹਥਿਆਰ ਗੋਲੀ ਸਿੱਕਾ ਚਲਾਉਣਾ ਬਿਲਕੁਲ ਬੰਦ ਕਰ ਦਿਓ, ਸ਼ਾਂਤ ਹੋ ਜਾਓ, ਤਾਂ ਕਿ ਦੁਸ਼ਮਣ ਨੂੰ ਇਹ ਲੱਗਿਆ ਵੀ ਆਹ ਗਲੀ 'ਚ ਜਿਹੜਾ ਮੋਰਚਾ ਸੀ ਉਹ ਖਤਮ ਹੋ ਗਿਆ, ਜਾਂ ਤਾਂ ਔਰਤਾਂ ਭੱਜ ਗਈਆਂ ਜਾਂ ਮਾਰੀਆਂ ਗਈਆਂ। ਸੋ ਉਹਨਾਂ ਨੇ ਚੁੱਪ ਚਪੀਤੇ ਉਹ ਗਲੀ 'ਚੋਂ ਦਾਖਲ ਹੋਏ, ਤੇ ਆਪ ਸ਼ੇਰਨੀ ਇੱਕ ਮੋੜ ਦੇ ਪਰਲੇ ਪਾਸੇ ਤੇਗਾਂ ਲਈ ਆਪਦਾ ਜਥਾ ਖੜੀ ਸੀ, ਤੇ ਪਿੱਛੇ ਘਰਾਂ ਦੇ ਵਿੱਚ ਦੂਜੀਆਂ ਬੀਬੀਆਂ ਲੁਕੋਈਆਂ ਹੋਈਆਂ ਸੀ ਵੀ ਜਦੋਂ ਉਹ ਦੋਵਾਂ ਦੇ ਸੈਂਟਰ 'ਚ ਆਊ, ਮੇਰਾ ਜਕਾਰਾ ਜਦੋਂ ਗੱਜੂਗਾ, ਉਸ ਵੇਲੇ ਤੁਸੀਂ ਪਿੱਛੋਂ ਤੇ ਮੈਂ ਅੱਗੋਂ ਅਟੈਕ ਕਰੂੰ। ਉਹ ਜਦੋਂ ਦੁਸ਼ਮਣ ਅੰਦਰ ਵੜੇ, ਕਿਉਂਕਿ ਉਹ ਚਾਲ 'ਚ ਆ ਗਏ, ਉਹ ਅੰਦਰ ਦਾਖਲ ਹੋਏ ਨੇ ਗਲੀ ਬੀਹੀ 'ਚ। ਜਦੋਂ ਵਿਚਕਾਰ ਜੇ ਪਹੁੰਚੇ, ਮੂਹਰੋਂ ਸ਼ੇਰਨੀ ਨੇ ਦਹਾੜ ਮਾਰੀ ਤੇ ਪਿੱਛੋਂ ਬੀਬੀਆਂ ਧੂ ਕੇ ਤਲਵਾਰਾਂ ਪੈ ਗਈਆਂ, ਬਾੜ ਟੱਕ ਧਰਤੀ ਤੇ ਤਸ਼ੱਦਦ ਖਤਮ ਕਰਤਾ ਉਹਨਾਂ ਨੂੰ। ਜਦੋਂ ਦੇਖਿਆ ਵੀ ਉਹ ਤਾਂ ਤੁਲ ਗਈਆਂ ਹੁਣ ਮਰਨ ਮਾਰਨ ਤੇ, ਸਭ ਤੋਂ ਪਹਿਲਾਂ ਤਾਂ ਮਾਂਗਵੀਆਂ ਧਾੜਾਂ ਨੇ ਪਿੱਠ ਕਰਕੇ ਭੱਜਣਾ ਸ਼ੁਰੂ ਕਰਤਾ ਵੀ ਇਹ ਨਹੀਂ ਹੱਥ ਆਉਂਦੀਆਂ ਬਈ, ਕਿਉਂਕਿ ਮਰਨ ਮਾਰਨ ਤੇ ਤੁਲ ਗਈਆਂ। ਦੂਜੇ ਪਾਸੇ ਫਿਰ ਗਾਜੀ ਜਿਹੜੇ ਤਾਜ਼ੇ ਤਾਜ਼ੇ ਆਏ ਤੇ, ਜਿਵੇਂ ਫਸਲੀ ਬਟੇਰੇ ਚਟਾਕ ਦੇ ਹੁੰਦੇ ਨਾ, ਐਂ ਜਿਹੜੇ ਜਾਲੀ ਦੇ ਨਾਰੇ ਲਾ ਕੇ ਆ ਰਹੇ ਤੇ, ਉਹ ਭੱਜ ਲਏ। ਤੇ ਪਿੱਛੇ ਜਿਹੜੇ 100-200 ਸਿਪਾਹੀ ਫੌਜ ਦੇ ਸੀ, ਉਹ ਤਾਂ ਫਿਰ ਜ਼ਿਆਦਾ ਕਾਲੇ ਹੁੰਦੇ ਨੇ ਫੌਜੀ ਭੱਜਣ ਨੂੰ, ਸਾਰੇ ਭੱਜ ਗਏ। ਮੈਦਾਨ ਸਿੰਘਣੀਆਂ ਦੇ ਹੱਥ ਆਇਆ, ਕੱਲੀਆਂ ਬੀਬੀਆਂ ਨੇ, ਚਵਿੰਡੇ ਦੀਆਂ ਕੱਲੀਆਂ ਸਿੰਘਣੀਆਂ ਨੇ ਇਹ ਜੰਗ ਜਿੱਤੀ ਹੈ। ਪਰ ਕੌਣ ਦੱਸੂ ਕਦੋਂ ਫਿਲਮਾਂ ਬਣਨਗੀਆਂ। ਰਾਣੀ ਝਾਂਸੀ ਕਹਿੰਦੇ ਖੂਬ ਲੜੀ ਮਰਦਾਨੀ ਉਹ ਤੋਂ ਝਾਂਸੀ ਵਾਲੀ ਰਾਣੀ ਤੇ, ਉਹਦੀ ਅਸਲੀਅਤ ਕਦੇ ਪੜ੍ਹਿਓ, ਤੁਹਾਡੇ ਨਾਲ ਸਾਂਝ ਅੱਗੇ ਜਾ ਕੇ ਮੈਂ ਕਰੂੰਗਾ। ਕਈ ਫਿਲਮਾਂ ਬਣਾਤੀਆਂ ਅਗਲਿਆਂ ਨੇ, ਤੇ ਸਾਡੇ ਵਾਲੇ ਹਾਲੇ ਤੱਕ ਦੱਸ ਵੀ ਨਹੀਂ ਸਕੇ ਨਾ ਸ਼ੇਰਨੀਆਂ ਬਾਰੇ। ਉਹਨਾਂ ਬੀਬੀਆਂ ਜੋ ਫੱਟੜ ਹੋ ਗਈਆਂ ਤੇ ਸ਼ਹੀਦ ਵੀ ਹੋਈਆਂ, ਇਹਨਾਂ ਨੇ ਇਕੱਠੀਆਂ ਕਰਕੇ ਇੱਕ ਪਾਸੇ ਉਹਨਾਂ ਨੂੰ ਰੱਖਿਆ, ਫੱਟੜਾਂ ਦਾ ਇਲਾਜ ਕੀਤਾ। ਮੈਂ ਹੋਈ ਦੱਸਿਆ ਸੀ, ਗੋਲੀਆਂ ਦੀ ਆਵਾਜ਼ ਸੁਣ ਕੇ ਜਥਾ ਸਿੰਘਾਂ ਦਾ ਪਹੁੰਚ ਗਿਆ ਸੀ। ਉਸ ਵੇਲੇ ਇਹ ਬਹੁਤ ਵੱਡੀ ਗੱਲ ਸੀ, ਜਦੋਂ ਪਤਾ ਲੱਗਦਾ ਸੀ ਸਾਡੇ ਭਰਾਵਾਂ ਤੇ ਕੋਈ ਪ੍ਰੋਬਲਮ ਆਈ ਹੋਈ ਹੈ, ਫਿਰ ਉਹ ਇਹ ਨਹੀਂ ਦੇਖਦੇ ਤੇ ਵੀ ਕਿਹਦੇ ਤੇ ਆਈ ਹੈ ਜਾਂ ਕਿਉਂ ਆਈ ਹੈ, ਘੋੜੇ ਉੱਧਰ ਨੂੰ ਹੀ ਜਾਂਦੇ ਸੀ ਗੋਲੀ ਵਾਂਗੂ। ਜਿੱਧਰੋਂ ਸਿੱਖ ਤੇ ਪਤਾ ਲੱਗਦਾ ਸੀ ਸਾਡੇ ਭਰਾ ਤੇ ਕੋਈ ਬਿਫਤਾ ਆਈ ਹੈ, ਸਿੱਖ ਪੈ ਵਾਰਤ ਪ੍ਰਾਣ, ਇਹ ਧਾਰਨਾ ਚੱਲ ਸੀ ਕਿ ਸਿੱਖਾਂ ਦੇ ਉੱਤੇ ਸਿੱਖ ਹੈ ਜਿਹੜਾ ਉਹ ਜਾਨ ਵਾਰ ਦਿੰਦਾ। ਇਹ ਥੋੜ੍ਹੀ ਸੋਚਦੇ ਸੀ ਵੀ ਸਾਨੂੰ ਕੀ ਪਤਾ ਕੌਣ ਹੈ, ਨਾ, ਗੋਲੀਆਂ ਵਾਂਗੂ ਆ ਗਏ। ਆਲੇ ਦੁਆਲੇ ਦਾ ਮਾਹੌਲ ਦੇਖਿਆ, ਲਾਸ਼ਾਂ ਪਈਆਂ ਨੇ ਚਾਰੇ ਪਾਸੇ, ਲਹੂ ਮਿੱਝਦਾ ਘਾਣ ਹੋਇਆ ਹੋਇਆ। ਤੇ ਜਦੋਂ ਪਹੁੰਚੇ ਨੇ ਸਰਦਾਰਨੀ, ਇੰਨੇ ਬਰਾਤ ਵੀ ਵਾਪਸ ਆ ਗਈ ਥੋੜ੍ਹੇ ਚਿਰ ਬਾਅਦ ਹੀ, ਕਿਉਂਕਿ ਸੁਨੇਹਾ ਉਹਨਾਂ ਕੋਲੇ ਵੀ ਪਹੁੰਚ ਗਿਆ। ਜਦੋਂ ਪਹੁੰਚੇ ਨੇ, ਅੱਜ ਪੁੱਤ ਦੇ ਪਾਣੀ ਵਾਰਨਾ ਸਿਰ ਤੋਂ, ਪਰ ਵਾਰਨਾ ਖੂਨ ਨਾਲ ਲੱਥ-ਪੱਥ ਹੋ ਕੇ ਹੈ। ਸ਼ੇਰਨੀ ਖੂਨ ਨਾਲ ਭਿੱਜੀ ਖੜੀ ਹੈ, ਹੱਥ 'ਚ ਲਹੂ ਦਾ ਲਿਬੜਿਆ ਹੋਇਆ ਖੰਡ ਹੈ। ਤੇ ਪੁੱਤ ਦਾ ਸਵਾਗਤ ਕੀਤਾ ਸਰਦਾਰ ਬਹਾਦਰ ਸਿੰਘ ਨੇ ਤੇ ਹੋਰ ਸਿੰਘਾਂ ਨੇ, ਜਿਨ੍ਹਾਂ ਦੀਆਂ ਸਿੰਘਣੀਆਂ ਸੀ ਜਾਂ ਜਿਨ੍ਹਾਂ ਦਾ ਕੋਈ ਰਿਸ਼ਤੇਦਾਰ ਸੀ। ਜਦੋਂ ਉਹਨਾਂ ਨੂੰ ਜ਼ਖਮਾਂ ਬਾਰੇ, ਸੱਟਾਂ ਲੱਗੀਆਂ ਹੋਈਆਂ ਬਾਰੇ ਪੁੱਛਦੇ ਕਿ ਆਹ ਕਿਵੇਂ ਹੈ, ਆਹ ਬਹੁਤ ਵੱਡਾ ਘਾਉ ਲੱਗਿਆ, ਤਾਂ ਸ਼ੇਰਨੀਆਂ ਛਾਤੀ ਫੈਲਾ ਕੇ ਕਹਿੰਦੀਆਂ ਸੀ ਤਾਂ ਕੁਛ ਵੀ ਨਹੀਂ, ਐਵੇਂ ਘਰੀਟਾਂ ਜਿਹੀਆਂ ਲੱਗੀਆਂ ਨੇ, ਤੁਹਾਨੂੰ ਕੀ ਲੱਗਦਾ ਇਹ ਜ਼ਖਮ ਨੇ, ਤਾਂ ਐਵੇਂ ਲੱਗੀਆਂ, ਸਾਡੇ ਸਾਹਮਣੇ ਕਿਹੜਾ ਖੜਿਆ। ਤਾਂ 10 ਮਿੰਟ ਨਹੀਂ ਸਾਡੇ ਮੂਹਰੇ ਕੋਈ ਖੜ ਸਕਿਆ। ਇਹ ਹੌਸਲਾ ਸੀ। ਤੇ ਉੱਧਰ ਜਿਹੜੇ ਭੱਜ ਕੇ ਗਏ ਸੀ ਉਹਨਾਂ ਨੂੰ ਹੁਣ ਸ਼ਰਮ ਵੀ ਆ ਰਹੀ ਸੀ। ਉਹਨਾਂ ਨੇ ਨਵੀਂ ਸਕੀਮ ਘੜੀ, ਕਹਿੰਦੇ ਅਸਲ 'ਚ ਜੀ ਅਸੀਂ ਜਨਾਨੀਆਂ ਤੋਂ ਕਾਹਨੂੰ ਹਾਰੇ ਹਾਂ। ਕਹਿੰਦੇ ਜੀ ਹੋਰ, ਉਹ ਤਾਂ ਸ਼ਹੀਦਾਂ ਦੀ ਫੌਜ ਆ ਗਈ ਉੱਥੇ, ਕੱਲੇ ਕੱਲੇ ਗਾਜੀ ਨੂੰ 100 ਸ਼ਹੀਦ ਘੇਰ ਕੇ ਖੜ ਗਿਆ। ਹੁਣ ਜੀ ਦੇਖੋ, ਸ਼ਹੀਦਾਂ ਨਾਲ ਤਾਂ ਫਿਰ ਲੜਾਈ ਨਹੀਂ ਨਾ ਕੀਤੀ ਜਾ ਸਕਦੀ, ਅਸੀਂ ਤਾਂ ਹਾਰ ਗਏ ਕਿਉਂਕਿ ਬਹਾਨਾ ਤਾਂ ਕੋਈ ਘੜਨਾ ਸੀ ਨਾ। ਤੇ ਬਹਾਨਾ ਤਾਂ ਕੋਈ ਘੜਨਾ ਸੀ ਉਹਨਾਂ ਨੇ। ਤਾਂ ਉਸ ਜਦੋਂ ਪੁੱਛਿਆ ਵੀ ਫਿਰ ਸ਼ਹੀਦਾਂ ਨੇ ਤੁਹਾਨੂੰ ਸੁੱਕੇ ਕਿਵੇਂ ਆਉਣ ਦਿੱਤਾ, ਭੱਜ ਕਿਵੇਂ ਗਏ, ਉਹ ਕਹਿੰਦੇ ਜੀ ਅਸਲ 'ਚ ਸ਼ਹੀਦ ਜਿਹੜਾ ਹਥਿਆਰ ਸੁੱਟ ਕੇ ਭੱਜ ਲਏ ਉਹਨੂੰ ਕੁਛ ਨਹੀਂ ਕਹਿੰਦੇ, ਆਹ ਬਹਾਨੇ ਉਹਨਾਂ ਨੇ ਘੜੇ। ਤੇ ਆਪਣੀ ਸ਼ਰਮ ਨੂੰ ਲੁਕਾਉਣ ਦੇ ਲਈ ਸੰਪੂਰਨ ਤੌਰ ਤੇ ਬੀਬੀਆਂ ਨੇ ਇਹ ਜੰਗ ਜਿੱਤੀ ਹੈ, ਸਿਰਫ ਬੀਬੀਆਂ ਨੇ। ਇਹ ਮੈਂ ਤਾਂ ਸਾਂਝ ਕੀਤੀ ਹੈ, ਜਦੋਂ ਆਪਾਂ ਕਹਿ ਦਿੰਦੇ ਹਾਂ ਵੀ ਬੀਬੀਆਂ ਕੀ ਕਰਦੀਆਂ ਸੀ ਜਾਂ ਲੜੀਆਂ ਨਹੀਂ, ਆਹ ਪੂਰੇ ਦਾ ਪੂਰਾ ਸਾਕਾ ਹੀ ਲੜਾਈ ਬੀਬੀਆਂ ਦੇ ਕਮਾਂਡ ਵਿੱਚ ਲੜੀ ਗਈ ਤੇ ਕੱਲੀਆਂ ਨੇ ਜਿੱਤੀ। ਹੁਣ ਅੰਦਾਜ਼ਾ ਲਾ ਲਿਓ ਉਸ ਵੇਲੇ ਕਿੰਨੀ ਕੁ ਤਿਆਰੀ ਸੀ। ਸ਼ੇਰਨੀ ਨੇ ਕਿਹਾ ਸੀ ਕਿ ਮਾਈ ਭਾਗੋ ਦੀਆਂ ਭੈਣਾਂ, ਰੋਜ਼ ਕਹਿੰਦੀ ਅਸੀਂ ਮਾਈ ਭਾਗੋ ਦੀਆਂ ਭੈਣਾਂ, ਦਿਖਾ ਦਿਓ ਇੱਕ ਵਾਰੀ, ਤੇ ਦਿਖਾਤਾ। ਸਾਡੀ ਕੌਮ 'ਚ ਇੱਕ ਮਾਈ ਭਾਗੋ ਨਹੀਂ ਪੈਦਾ ਹੋਈ, ਇੱਕ ਨਹੀਂ ਹੋਈ, ਪਤਾ ਹੀ ਨਹੀਂ ਕਿੰਨੀਆਂ ਹੋਈਆਂ ਨੇ। ਰੌਲਾ ਫੇਰ ਉੱਥੇ ਹੀ ਹੈ ਜਦੋਂ ਅਸੀਂ ਐਗਜ਼ਾਮਪਲ ਦੇਣ ਲੱਗਦੇ ਹਾਂ ਕਿਹੜੀ ਲੜਾਈ ਦੀ ਕਿਵੇਂ ਦਈਏ ਨਾ, ਸਮਝ ਹੀ ਨਹੀਂ ਆਉਂਦੀ।
ਜਦੋਂ ਸ਼ਹੀਦਾਂ ਦੀ ਗੱਲ ਕਰਨ ਲੱਗਦੇ ਆ, ਜਦੋਂ ਇਹ ਕਹਿੰਦੇ ਨਾ ਇਹ ਤੋਂ ਵੱਡਾ ਸ਼ਹੀਦ ਨਹੀਂ ਕੋਈ ਹੋਇਆ, ਤਾਂ ਦਿਮਾਗ 'ਚ ਜਦੋਂ ਦੂਜੇ ਆ ਕੇ ਖੜ ਜਾਂਦੇ ਨੇ ਵੀ ਹੈ ਇੱਧਰ ਝਾਕੀ ਸਾਡੇ ਵੱਲ, ਇਤਿਹਾਸ ਦੇ ਪੰਨੇ ਮਾੜੇ ਜਿਹੇ ਹੋਰ ਫਰੋਲੀ, ਆਪਦੀ ਉਹ ਅੱਖ ਸ਼ਰਮ ਨਾਲ ਝੁਕ ਜਾਂਦੀ ਹੈ, ਮੈਂ ਕਿਹਨੂੰ ਵੱਡਾ ਕਹਾਂ ਤੇ ਕਿਹਨੂੰ ਛੋਟਾ ਕਹਾਂ। ਇਹ ਸਾਕਾ ਸੀ ਬਹੁਤ ਭਿਆਨਕ। ਉੱਧਰੋਂ ਜ਼ਕਰੀਆ ਖਾਨ ਨੇ ਫਿਰ ਦਮਨ ਚੱਕਰ ਚਲਾਤਾ। ਉਹਨੇ ਕਿਹਾ ਵੀ ਨਹੀਂ, ਬਹੁਤ ਹੋ ਲਿਆ, ਇਨਾਮ ਰੱਖਤੇ, ਧਮਕਾਤਾ ਫੌਜੀਆਂ ਨੂੰ, ਸਿਰਾਂ ਦੇ ਸਿਰ ਗਿਫਟਾਂ 'ਚ ਮਿਲਣ ਲੱਗ ਪਏ। ਆ ਤੁਸੀਂ ਕਈ ਤਸਵੀਰਾਂ ਦੇਖੀਆਂ ਹੋਣੀਆਂ, ਨੇਜਿਆਂ 'ਤੇ ਸਿਰ ਟੰਗੇ ਹੋਏ, ਬੀਬੀਆਂ ਦੇ ਸਿਰ ਵੱਢ ਕੇ ਲੈ ਜਾਂਦੇ ਤੇ, ਕਿਉਂਕਿ ਬਹੁਤ ਸਾਰੀਆਂ ਬੀਬੀਆਂ ਦਸਤਾਰਾਂ ਵੀ ਸਜਾਉਂਦੀਆਂ ਸੀ, ਤੇ ਕਹਿੰਦੇ ਤੇ ਇਹ ਸਿੱਖ ਹੈ ਜੀ, ਅਣਦਾੜੀ ਆ, ਕੇਸਾਂ ਤੋਂ ਬਸ ਪਛਾਣ ਕਰ ਲਾਂਦੇ ਵੀ ਹਾਂ ਕੇਸ ਰੱਖੇ ਹੋਏ ਨੇ, ਇਹਦਾ ਮਤਲਬ ਸਿੱਖ ਹੈ। ਬੀਬੀਆਂ ਦੇ ਸਿਰ ਬਰਾਬਰ ਕੱਟੇ ਜਾਂਦੇ ਤੇ, ਬੱਚਿਆਂ ਦੇ ਵੀ ਵੱਢ ਕੇ ਲੈ ਜਾਂਦੇ। ਇੱਕ ਭਿਆਨਕ ਘਟਨਾ ਹੋਰ ਘਟੀ ਸੀ, ਮੈਂ ਉਹ ਸਾਂਝ ਕਰਾਂ। ਸਮਾਂ ਤਾਂ ਥੋੜ੍ਹਾ ਹੀ ਰਹਿ ਗਿਆ, ਪਰ ਇੱਕ ਘਟਨਾ ਸਾਂਝੀ ਕਰਕੇ ਮੈਂ ਬਾਕੀ ਇਹ ਪ੍ਰਸੰਗ ਕੱਲ੍ਹ ਨੂੰ ਕਰਾਂਗੇ। ਦੂਜੀ ਘਟਨਾ ਘਟੀ ਸੀ ਭਾਈ ਹਕੀਕਤ ਸਿੰਘ ਦੀ। ਇਹ ਬਾਲਕ ਤਕਰੀਬਨ 10-12 ਸਾਲ ਦਾ ਸੀ, ਮਾਈ ਗੌਰਾਂ ਤੇ ਭਾਗ ਸਿੰਘ ਦਾ ਪੁੱਤਰ। ਇਸ ਵੀਰ ਹਕੀਕਤ ਸਿੰਘ ਨੂੰ ਪਰਮਾਨੰਦ ਵਰਗਿਆਂ ਨੇ ਸਾਜ਼ਿਸ਼ ਦੇ ਨਾਲ ਵੀਰ ਹਕੀਕਤ ਰਾਏ ਕਹਿ ਕੇ ਪ੍ਰਚਾਰਿਆ, ਜਦੋਂ ਕਿ ਵੀਰ ਹਕੀਕਤ ਸਿੰਘ ਸਰਦਾਰ ਕਿਸ਼ਨ ਸਿੰਘ ਦਾ, ਕਿਉਂਕਿ ਉਦੋਂ ਬਹੁਤ ਛੋਟੀ ਉਮਰ 'ਚ ਸ਼ਾਦੀ ਕਰ ਦਿੰਦੇ ਤੇ ਮੁਕਲਾਬਾ ਬਾਅਦ 'ਚ ਲੈਂਦੇ ਸੀ, ਰਸਮਾਂ ਪਹਿਲਾਂ ਨਿਭਾ ਲੈਂਦੇ ਸੀ। ਸੋ ਉਹਦਾ ਵਿਆਹ ਸਰਦਾਰ ਕਿਸ਼ਨ ਸਿੰਘ ਦੇ ਘਰ ਹੋ ਰਿਹਾ, ਨਹੀਂ ਭਾਗਮਲ ਹੋਰਾਂ ਦੇ ਘਰ ਹੋ ਰਿਹਾ, ਤੇ ਕਿਸ਼ਨ ਸਿੰਘ ਦੇ ਮਾਮਾ ਜੀ ਸੀ, ਅੰਮ੍ਰਿਤਧਾਰੀ ਪਰਿਵਾਰ, ਕਿਸ਼ਨ ਸਿੰਘ ਮਾਮਾ ਜੀ ਸੀ, ਤੇ ਭਾਗਮਲ ਹੋਰੀ ਦਲਮਲ ਭਾਗਮਲ ਦਲ ਸਿੰਘ ਭਾਗ ਸਿੰਘ, ਉਹ ਇਹਨਾਂ ਦੇ ਸਹੁਰੇ ਪਰਿਵਾਰ 'ਚੋਂ ਨੇ। ਸੋ ਉੱਥੇ ਇਹਦਾ ਸ਼ਾਦੀ ਹੋ ਚੁੱਕੀ ਹੈ, 10-12 ਸਾਲ ਦਾ, ਪਰਿਵਾਰ ਚੰਗਾ ਹੈ, ਖਾਣ ਪੀਣ, ਕਿਉਂਕਿ ਨਾਨਕੇ ਵੀ ਤਕੜੇ ਨੇ, ਸਿੱਖ ਨੇ, ਸਰਦਾਰ ਨੇ ਸਾਰੇ। ਤਾਂ ਇਹਦਾ ਸ਼ਾਦੀ ਹੋ ਗਈ, ਤੇ ਉਸ ਵੇਲੇ ਹਰ ਰੱਜ ਦਾ ਕੋਈ ਦਾ ਬੰਦਾ ਇਹ ਚਾਹੁੰਦਾ ਸੀ ਕਿ ਉਰਦੂ ਫਾਰਸੀ ਬੱਚੇ ਨੂੰ ਆ ਜਾਵੇ, ਤਾਂ ਕਿ ਅਸੀਂ ਕੋਈ ਜੋਬ ਵਗੈਰਾ ਕਰ ਸਕੀਏ ਸਰਕਾਰੀ ਦਰਬਾਰੇ। ਤੇ ਇਹਨੂੰ ਵੀ ਬੱਚੇ ਨੂੰ, ਕਿਉਂਕਿ ਉਸ ਵੇਲੇ ਸਕੂਲ ਕਾਲਜ ਤਾਂ ਹੁੰਦੇ ਨਹੀਂ ਸੀ, ਮਦਰਸਿਆਂ ਦੇ ਵਿੱਚ ਮੌਲਵੀ ਹੀ ਪੜ੍ਹਾਉਂਦੇ ਸੀ, ਤੇ ਮੌਲਵੀ ਕੋਲੇ ਪੜ੍ਹਨ ਲੱਗਾ। ਬੱਚਾ ਹੁਸ਼ਿਆਰ ਸੀ, ਬਹੁਤ ਹੁਸ਼ਿਆਰ, ਹੋਣਹਾਰ ਸੀ, ਤਾਂ ਜਿਹਦੇ ਕਰਕੇ ਨਾਲ ਦੇ ਜਿਹੜੇ ਵਿਦਿਆਰਥੀ ਸੀ ਉਹ ਬਹੁਤ ਜ਼ਿਆਦਾ ਈਰਖਾ ਕਰਨ ਲੱਗੇ ਇਹਦੇ ਤੇ, ਗੱਲ ਤੇ ਇਹਦਾ ਮਜ਼ਾਕ ਉਡਾਉਂਦੇ ਰਹਿੰਦੇ। ਇੱਕ ਦਿਨ ਕਿਸੇ ਤਿਉਹਾਰ 'ਤੇ, ਕੋਈ ਰਸਮ ਤਿਉਹਾਰ ਸੀ, ਤਾਂ ਇਹ ਨਵੇਂ ਕੱਪੜੇ ਪਾ ਕੇ ਵਗ ਗਿਆ। ਉਦਣ ਤਾਂ ਉਹਨਾਂ ਨੇ ਅੱਤ ਕਰਤੀ, ਬਹੁਤ ਜ਼ਲੀਲ ਕੀਤਾ, ਬਹੁਤ ਤੰਗ ਕੀਤਾ, ਸਾਰਾ ਦਿਨ ਇਹ ਸਹਿੰਦਾ ਰਿਹਾ। ਨਾਲ ਦੇ ਜਿਹੜੇ ਹੋਰ ਪਾਠੀ ਹਿੰਦੂ ਮੁੰਡੇ ਸੀ, ਉਹ ਇੱਕ ਇੱਕ ਕਰਕੇ ਖਿਸਕਦੇ ਗਏ, ਇਹ ਇਕੱਲਾ ਰਹਿ ਗਿਆ। ਤਾਂ ਮਗਰੋਂ ਉਹਨਾਂ ਨੇ ਦੇਵੀ ਦੇਵਤਿਆਂ, ਗੁਰੂ ਪਾਤਸ਼ਾਹਾਂ ਨੂੰ ਮਾੜੀ ਲਫ਼ਜ਼ ਵਰਤਣੇ ਸ਼ੁਰੂ ਕਰਤੇ। ਤਾਂ ਬੱਚਾ ਸੀ, ਅਖੀਰ ਨੂੰ ਕਿੰਨਾ ਕੁ ਚਿਰ ਸਹਿੰਦਾ, ਆਪਾਂ ਨੂੰ ਪਤਾ ਹੀ ਹੈ, ਬੱਚੇ ਹੌਲੀ ਹੌਲੀ ਸੁਣਦਾ ਰਿਹਾ। ਤਾਂ ਅਖੀਰ 'ਚ ਜਦੋਂ ਦੇਵੀ ਦੇਵਤਿਆਂ ਨੂੰ ਗਾਲਾਂ ਕੱਢਣੋਂ ਨਾ ਹਟੇ, ਇਹਨੇ ਬੀਬੀ ਫਾਤਮਾ ਦੇ ਖਿਲਾਫ ਕੋਈ ਲਫ਼ਜ਼ ਕਹਿ ਦਿੱਤਾ। ਸਾਰੇ ਮੁਸਲਮਾਨ ਮੁੰਡੇ ਟੁੱਟ ਕੇ ਪੈ ਗਏ, ਰੱਜ ਕੇ ਕੁੱਟਿਆ, ਲਹੂ ਲੁਹਾਨ ਕਰਤਾ, ਕੱਪੜੇ ਪਾੜਤੇ, ਰੋਂਦਾ ਕੁਰਲਾਉਂਦਾ ਘਰ ਨੂੰ ਆ ਗਿਆ। ਹੋਰ ਕੀ ਕਰ ਸਕਦਾ ਸੀ ਬੱਚਾ, ਕਿਉਂਕਿ ਵੱਡੇ ਸੀ ਉਹ ਦੂਜੇ। ਮਾਂ ਨੇ ਦੇਖਿਆ ਪੁੱਤ ਦਾ ਬੁਰਾ ਹਾਲ, ਮੂੰਹ ਸੁੱਜਿਆ ਪਿਆ, ਕੱਪੜੇ ਪਾਟੇ ਪਏ ਨੇ। ਉਹਦਾ ਬਾਪ ਆਇਆ ਘਰ, ਪੁੱਛਿਆ ਕੀ ਹੋਇਆ, ਦੱਸਿਆ ਵੀ ਆਹ ਹੋਇਆ। ਉਹ ਲੱਗ ਗਿਆ ਬੋਲਣ, ਹੁੰਦਾ ਹੀ ਹੈ, ਬਾਪ ਦਾ ਗੁੱਸਾ ਨਹੀਂ ਠੰਡਾ ਹੋ ਰਿਹਾ ਸੀ ਕਿ ਇਹ ਕੌਣ ਹੁੰਦੇ ਨੇ ਇਹ ਕਰਨ ਵਾਲੇ। ਮੈਂ ਕਾਜੀ ਕੋਲੇ ਜਾਊਂਗਾ, ਅਸੀਂ ਫਰੀ ਪੜ੍ਹਾਉਣੇ ਆ, ਹਲੇ ਕੱਲ੍ਹ ਦੀ ਗੱਲ ਹੈ। ਕਹਿੰਦਾ ਮੈਂ 5 ਰੁਪਏ ਤੇ ਇੱਕ ਸੂਟ ਦੇ ਕੇ ਆਇਆ। ਉਹਨਾਂ ਵੇਲੇ 'ਚ 5 ਰੁਪਏ ਬਹੁਤ ਵੱਡੀ ਰਕਮ ਸੀ, ਇੱਕ ਸੂਟ ਦੇ ਕੇ ਆਇਆ। ਇਹ ਕਿਵੇਂ ਹੋ ਸਕਦਾ ਕਿ ਮੁਸ਼ਟੰਡੇ ਇਕੱਠੇ ਹੋ ਕੇ ਮੇਰੇ ਪੁੱਤ ਨੂੰ ਮਾਰਨ? ਅਸੀਂ ਪੜ੍ਹਨ ਭੇਜਦੇ ਹਾਂ, ਜਵਾਕ ਨੂੰ ਮਰਵਾਉਣ ਥੋੜ੍ਹੀ ਭੇਜਦੇ ਹਾਂ। ਮੈਂ ਗੱਲ ਕਰਦਾ ਜਾ ਕੇ ਮੌਲਵੀ ਨਾਲ, ਬਥੇਰਾ ਬੋਲ ਰਿਹਾ ਸੀ। ਉੱਧਰੋਂ ਮੁੰਡਿਆਂ ਦੇ ਦਿਮਾਗ 'ਚ ਵੀ ਆ ਗਿਆ ਵੀ ਜੇ ਮੌਲਵੀ ਕੋਲੇ ਸ਼ਿਕਾਇਤ ਪਹੁੰਚ ਗਈ ਸਾਨੂੰ ਝਿੜਕਾਂ ਪੈਣਗੀਆਂ। ਉਹ ਪਹਿਲੀ ਸਲਾਹ ਕਰਕੇ ਮੌਲਵੀ ਕੋਲੇ ਵਗ ਗਏ। ਕਹਿੰਦੇ ਮੌਲਵੀ ਸਾਹਿਬ ਆਹ ਦੇਖੋ ਜੀ, ਉਹ ਹਕੀਕਤ ਦੀ ਕਰਤੂਤ। ਉਹ ਕਹਿੰਦਾ ਕੀ ਹੋਇਆ? ਕਹਿੰਦਾ ਜੀ ਅਸੀਂ ਤਾਂ ਉਹਨੂੰ ਗੱਲਾਂ ਹੀ ਆਰਾਮ ਨਾਲ ਕਰ ਰਹੇ ਸੀ, ਪੁੱਛ ਰਹੇ ਸੀ, ਉਹ ਤਾਂ ਬੀਬੀ ਫਾਤਮਾ ਨੂੰ ਗਾਲਾਂ ਕੱਢਣ ਲੱਗ ਗਿਆ। ਕਹਿੰਦਾ ਹੈ ਬੀਬੀ ਫਾਤਮਾ ਨੂੰ ਗਾਲਾਂ? ਇਹ ਮੈਂ ਤੁਹਾਨੂੰ ਦੱਸ ਦੇਵਾਂ, ਬੀਬੀ ਫਾਤਮਾ ਹਜ਼ਰਤ ਮੁਹੰਮਦ ਸਾਹਿਬ ਦੀ ਬੇਟੀ ਹੈ, ਤੇ ਉਹਦੇ ਖਿਲਾਫ ਇਸਲਾਮ ਕਦੇ ਸੁਣ ਨਹੀਂ ਸਕਦਾ ਕੁਛ, ਕਿਸੇ ਖਿਲਾਫ ਨਹੀਂ ਵੈਸਾ ਸੁਣਦਾ। ਤੇ ਹਾਕਮ ਨੇ ਤਾਂ ਸੁਣਨਾ ਹੀ ਕਿਹਦੇ ਖਿਲਾਫ ਹੁੰਦਾ। ਤੇ ਉਹਦੇ ਖਿਲਾਫ ਉਹ ਕਹਿੰਦਾ ਇੱਕ ਗਾਲ ਕੱਢੀ ਜੀ ਉਹਨੇ। ਅਸੀਂ ਬਥੇਰਾ ਸਮਝਾਇਆ, ਅਸੀਂ ਕਿਹਾ ਦੇਵੀ ਦੇਵਤੇ ਨੇ ਤੁਹਾਡੇ, ਸਾਡੇ ਇਹਨੇ। ਉਹ ਕਹਿੰਦਾ ਦੇਵੀ ਦੇਵਤਿਆਂ ਦੇ ਬਰਾਬਰ ਤੇ ਨਾ ਸਾਡੀ ਤੁਸੀਂ ਕਰ ਸਕਦੇ। ਉਹ ਕਹਿੰਦੇ ਅਸੀਂ ਮੌਲਵੀ, ਕਹਿੰਦੇ ਅਸੀਂ ਕਿਹਾ ਉਹਨੂੰ ਅਸੀਂ ਮੌਲਵੀ ਸਾਹਿਬ ਨੂੰ ਸ਼ਿਕਾਇਤ ਲਾਵਾਂਗੇ। ਉਹ ਕਹਿੰਦਾ ਅੱਛਾ ਤੁਸੀਂ ਮੌਲਵੀ ਨੂੰ ਸ਼ਿਕਾਇਤ ਲਾਇਓ, ਮੇਰੇ ਨਾਨਕੇ ਤੇ ਨਾਲੇ ਮੇਰੇ ਸਹੁਰੇ ਸਿੱਖ ਨੇ, ਮੜੇ ਮੌਲਵੀ ਵਾਲਾ ਕੰਡਾ ਵੀ ਕਢਾ ਦਾਂਗੇ। ਆਹ ਗੱਲਾਂ ਆਪਦੇ ਲਵੋਂ ਕਹਿਤੀਆਂ ਜਾ ਕੇ। ਮੌਲਵੀ ਨੂੰ ਅੱਗ ਲੱਗ ਉੱਠੀ। ਕਹਿੰਦਾ ਉਸ ਦੀ ਇਹ ਜੁਰਤ ਸਿੱਖਾਂ ਦੀ ਧਮਕੀ ਦਿੰਦਾ ਮੈਨੂੰ।
ਕਹਿੰਦਾ ਹੁਣੇ ਜਾਓ ਲੈ ਕੇ ਆਓ ਉਹਨੂੰ, ਮੈਂ ਦੇਖਾਂ ਉਹਦੇ ਸਿੱਖ ਹਮਾਇਤੀ ਤੇ ਨਾਲੇ ਦੇਖਾਂ ਬੀਬੀ ਫਾਤਮਾ ਦੇ ਖਿਲਾਫ ਕਿਵੇਂ ਬਕਵਾਸ ਕੀਤੀ ਹੈ, ਨਾਲੇ ਮੇਰੇ ਨੌਕਰਾਂ ਨੂੰ ਨਾਲ ਲੈ ਜਾਓ। ਕਹਿੰਦਾ ਲੈ ਕੇ ਆਓ। ਘਰੇ ਪਹੁੰਚਿਆ ਮੁੰਡਿਆਂ ਨੇ, ਉਹ ਹਲੇ ਰੋਕ ਰਲਾਏ ਰਹੇ ਨੇ ਜਦੋਂ ਬਾਹਰੋਂ ਆਵਾਜ਼ ਆਈ ਹੈ ਕਿ ਚੱਲ ਤੈਨੂੰ ਮੌਲਵੀ ਨੇ ਬੁਲਾਇਆ। ਮੌਲਵੀ ਦਾ ਨਾਮ ਸੀ ਜ਼ਾਲਮ ਖਾਂ। ਨਾਮ ਤੋਂ ਹੀ ਅੰਦਾਜ਼ਾ ਲਾ ਲਓ ਵੀ ਕਿਹਾ ਜਾ ਹੋਊਗਾ। ਤੇ ਉਹਨੂੰ ਜਦੋਂ ਨਾਲ ਲੈ ਕੇ ਗਏ ਨੇ, ਆਵਾਜ਼ ਮਾਰੀ, ਅੰਦਰੋਂ ਆਇਆ, ਪੁੱਛਿਆ ਵੀ ਕੀ ਗੱਲ ਹੈ। ਬਾਹਰ ਨਿਕਲੇ ਮਾਂ-ਬਾਪ ਤੇ ਨਾਲ ਹਕੀਕਤ, ਤਾਂ ਉਹਨੂੰ ਪੁੱਛਿਆ ਵੀ ਕੀ ਹੋਇਆ। ਉਹ ਕਹਿੰਦਾ ਜੀ ਮੌਲਵੀ ਸਾਹਿਬ ਨੇ ਬੁਲਾਇਆ, ਇਹਨੇ ਬਹੁਤ ਬਕਵਾਸ ਕੀਤੀ ਹੈ ਤੇ ਉਦੋਂ ਲੱਗ ਗਏ ਮੁੰਡੇ ਮੂਹਰੇ, ਹੁਣ ਪਤਾ ਲੱਗੂ ਹਕੀਕਤ ਤੈਨੂੰ। ਉਦੋਂ ਤਾਂ ਪਰਲ ਗਾਰਾਂ ਕੱਢਦਾ ਸੀ ਨਾ ਬੀਬੀ ਫਾਤਮਾ ਨੂੰ, ਚੱਲ ਹੁਣ ਦੱਸੀਏ ਤੈਨੂੰ। ਇਹ ਮੈਨੂੰ ਲੱਗਦਾ ਟਾਈਮ ਜ਼ਿਆਦਾ ਹੋ ਰਿਹਾ ਹੁਣ, ਕਿਉਂਕਿ ਆਪਾਂ ਜਿੰਨਾ ਕੁ ਟਾਈਮ ਸੀ ਕੋਸ਼ਿਸ਼ ਕਰਦੇ ਉਹ ਤੋਂ ਵੀ 5 ਮਿੰਟ ਉੱਪਰ ਲੰਘ ਗਏ। ਸੋ ਇੱਥੋਂ ਹੀ ਆਪਾਂ ਲੜੀ ਅਗਲੀ ਕੱਲ੍ਹ ਨੂੰ ਤੋਰਦੇ ਹਾਂ। ਸੋ ਮੈਂ ਖਿਮਾ ਹੀ ਚਾਹੂੰਗਾ, ਅਚਨਚੇਤ ਇੱਕਦਮ ਮੈਂ ਟਾਈਮ ਦੇਖ ਕੇ ਬੰਦ ਕਰ ਰਿਹਾ, ਭਾਵੇਂ ਕੋਈ ਤਰਤੀਬ ਜੀ ਬਣ ਨਹੀਂ ਰਹੀ ਬੰਦ ਕਰਨ ਦੀ, ਪਰ ਮੇਰੀ ਮਜਬੂਰੀ ਹੈ। ਤੁਹਾਨੂੰ ਵੀ ਮੈਂ ਬਹੁਤਾ ਟਾਈਮ ਨਹੀਂ ਦੇ ਸਕਦਾ, ਮਤਲਬ ਤੁਹਾਡਾ ਟਾਈਮ ਨਹੀਂ ਲੈ ਸਕਦਾ, ਮੈਂ ਤਾਂ ਵਿਹਲਾ। ਸੋ ਇੰਨੀ ਕੋਈ ਸੇਵਾ ਅੱਜ ਪ੍ਰਵਾਨ ਕਰੋ। ਇਹ ਯਾਦ ਰੱਖਿਓ, ਇਹ ਗਾਥਾਵਾਂ ਨੇ ਜਿਹੜੀਆਂ, ਇਹ ਕ੍ਰਾਂਤੀ ਇੱਥੋਂ ਉਪਜਰੀ ਹੈ, ਇਹ ਗੁੱਸਾ ਇੱਥੋਂ ਪੈਦਾ ਹੋ ਰਿਹਾ ਹੈ। ਇਸ ਨੌਜਵਾਨ ਬੱਚੇ ਦੀ ਸ਼ਹਾਦਤ ਨੇ ਬਹੁਤ ਵੱਡਾ ਕਾਰਜ ਭਾਈ ਤਾਰਾ ਸਿੰਘ ਬਾਂ ਦੀ ਸ਼ਹੀਦੀ ਵਾਂਗੂ ਕੀਤਾ। ਹੁਣ ਲੜੀ ਚੱਲ ਪਈ ਇੱਕ ਇਹੋ ਜਿਹੀਆਂ ਸ਼ਹੀਦੀਆਂ ਦੀ, ਜਿਹੜੀ ਅਰਦਾਸ ਦੇ ਵਿੱਚ ਅਸੀਂ ਯਾਦ ਕਰਦੇ ਹਾਂ। ਕੱਲ੍ਹ ਨੂੰ ਸਾਂਝ ਕਰਦਾ ਕਿ ਸਾਡੀ ਅਰਦਾਸ ਲਿਖੀ ਨਹੀਂ ਗਈ, ਜੀਵੀ ਗਈ ਹੈ। ਅਰਦਾਸ ਜਿਉਂ ਗਈ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲਹਾਈਆਂ। ਇਹ ਗਾਥਾ ਅੱਗੇ ਸਾਂਝ ਕਰਦੇ ਹਾਂ। ਸੋ ਇੰਨੀ ਕੁ ਸੇਵਾ ਹੀ ਪ੍ਰਵਾਨ ਕਰਨੀ ਹੋ। ਗੱਲਬਾਤ ਚੱਲਦੇ ਹਾਂ, ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਖਿਮਾ ਕਰਿਓ। ਤੁਹਾਡੇ ਬੇਅੰਤ ਚੰਗੇ ਸੁਝਾਅ ਆਉਂਦੇ ਨੇ, ਉਹਨਾਂ ਦਾ ਦਿਲੋਂ ਸਤਿਕਾਰ। ਹਰ ਵੀਰ ਭੈਣ ਬਹੁਤ ਕੁਝ ਜਾਣਦਾ ਹੁੰਦਾ, ਸੋ ਦੱਸ ਦਿਆ ਕਰੋ, ਗਲਤੀ ਲੱਗਦੀ ਰਹਿੰਦੀ ਹੈ। ਸੋ ਸਾਰੇ ਹੀ ਵੀਰਾਂ ਦਾ ਜੋ ਬਹੁਤ ਸਾਰਾ ਸ਼ੇਅਰ ਵੀ ਕਰਦੇ ਨੇ, ਇੱਕ ਦੂਜੇ ਤੱਕ ਆਪਦਾ ਇਤਿਹਾਸ ਪਹੁੰਚਾਉਂਦੇ ਨੇ, ਦਿਲੋਂ ਧੰਨਵਾਦ। ਸੁਣਦੇ ਹੋ ਟਾਈਮ ਕੱਢ ਕੇ, ਦਿਲੋਂ ਧੰਨਵਾਦ। ਸੁਨੇਹੇ ਪਹੁੰਚਾਉਂਦੇ ਹੋ, ਦਿਲੋਂ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਕੱਲ੍ਹ ਨੂੰ ਫੇਰ ਇਸੇ ਟਾਈਮ ਜੁੜ ਜਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।